सत श्री अकाल, सलाम, नमस्कार, आदाब, सब सत्कारत सज्जनां नूं जो इस वक्त जिंदगी दे रंगां ते आवाज़ दीआं तरंगां नूं माणदे होए जुड़े ने टिवाणा रेडियो दे नाल। बागां ते रागां दे शहर पटियाला तो मैं परमिंदर सिंह टिवाणा आप सब सज्जनां दा स्वागत करदा ते कहानी तुहानूं सुणाउने पुन हरमंदर चाल होरां दी कहानी है। tiwanaradio.com ते तुहानूं अपना अमेरिका दा कॉल टू लिसन नंबर भी मिलेगा, वो है 667 930 9260। इन्हां कहानियां दे इन्हां खबरां दे रोजाना जो पेश करदे हैं खबरां दा बुलेटिन ते रोजाना प्रोग्रामां दा लिंक अगर तुसीं मंगवाउणा चाहुंदे हो तां तुसीं साडे WhatsApp ग्रुप नंबर दे विच शामिल हो सकदे हो। वो नंबर है 98 763 096 55। गुरमीत सिंह संधू जुड़े ने छत्तीसगढ़ तो, थैंक यू। बलवंत सिंह ढाडा साहब थैंक यू। गुरमीत चाल थैंक यू। कुलदीप बराड़ तूतां वाले तो, परमिंदर सिंह, यादविंदर सिंह बेनीवैक तो, गुरविंदर ढिल्लों, सब सज्जनां दा धन्नवाद। भैन हरविंदर जौल ते आप सब सज्जनां दा धन्नवाद। प्रोग्राम शेयर करदे करो। लो तुहानूं कहानी सुणाउने पुन, बड़ी भावुक कहानी है हरमहिंदर सिंह चहल होरां दी। ਇਹ ਉਸ ਵਾਕਿਆਤ ਦੀ ਕਹਾਣੀ ਹੈ ਜਦੋਂ ਇਹ ਨਫ਼ਰਤਾਂ ਲਾਂਬੂ ਬਣੀਆਂ। 47 ਦੇ ਹੱਲਿਆਂ ਦੀ ਦੁਖਦ ਕਹਾਣੀਆਂ ਨੇ ਜੋ ਸਾਡੇ ਪੁਰਖਿਆਂ ਨੇ ਹੱਡੀ ਹੰਡਾਈਆਂ ਨੇ। ਸੋ ਇਹ ਹਿੰਦੂ, ਸਿੱਖ, ਮੁਸਲਮਾਨ, ਇਹ ਅਕਾਲੀ, ਕਾਂਗਰਸੀ, ਭਾਜਪਾਈ, ਇਹ ਛੱਡ ਦਿਓ ਇਹ ਚੀਜ਼ਾਂ। ਇਹ ਧਰਮਾਂ ਦੀਆਂ ਲੜਾਈਆਂ ਨੇ ਸਾਨੂੰ ਬਰਬਾਦ ਕੀਤਾ। ਸਿਆਸਤਦਾਨ ਇਹਨਾਂ ਸਾਰੇ ਖਲਜਗਣਾਂ ਦੇ ਪਿੱਛੇ ਹੈ। ਇਸ ਕਰਕੇ ਇਹਨਾਂ ਕਹਾਣੀਆਂ ਤੋਂ ਸਬਕ ਲਈਏ ਤੇ ਮੁੜ ਕੇ ਇਸ ਤਰ੍ਹਾਂ ਦਾ ਕੋਈ ਕਾਰਾ ਫਿਰ ਪੰਜਾਬ ਦੀ, ਭਾਰਤ ਦੀ ਧਰਤੀ ਜਾਂ ਦੁਨੀਆ 'ਚ ਨਾ ਵਾਪਰੇ, ਉਹਨੂੰ ਰੋਕਣ ਦੀ ਕੋਸ਼ਿਸ਼ ਕਰੀਏ। ਇਸੇ ਲੜੀ ਦੇ ਤਹਿਤ ਇਹ 1947 ਦੀ ਭਾਰਤ ਪਾਕ ਵੰਡ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਨੇ। ਹਰਮਹਿੰਦਰ ਸਿੰਘ ਚਾਲ ਉੱਘੇ ਕਹਾਣੀਕਾਰ, ਨਾਵਲਕਾਰ ਨੇ, ਰਿਟਾਇਰਡ ਅਧਿਕਾਰੀ ਨੇ, ਇੰਜੀਨੀਅਰ ਨੇ ਤੇ ਅਮਰੀਕਾ ਵਸਦੇ ਨੇ ਤੇ ਉਹਨਾਂ ਦੀ ਇਹ ਕਹਾਣੀ ਹੈ ਪੁੰਨ। 1947 ਦਾ ਵਾਕਿਆ ਹੈ। ਉਦੋਂ ਜੇਠ ਹਾੜ ਦੇ ਦਿਹਾੜੇ ਸੀ, ਲੋਹੜਿਆਂ ਦੀ ਗਰਮੀ ਸੀ। ਦਿਨ ਚੜ੍ਹਦਿਆਂ ਗਰਮੀ ਸ਼ੁਰੂ ਹੋ ਜਾਂਦੀ। ਤਿੱਖੜ ਦੁਪਹਿਰਾ ਤਾਂ ਇਉਂ ਲੱਗਦਾ ਜਿਵੇਂ ਭੱਠੀ ਤਪ ਰਹੀ ਹੋਵੇ। ਕਾਂ ਅੱਖ ਨਿਕਲਦੀ ਸੀ। ਅੱਗ ਵਰਗੀ ਲੂ ਸਹਾਰੀ ਨਾ ਜਾਂਦੀ। ਤੱਤਾ ਰੇਤਾ ਵਰੋਲੇ ਬਣ ਅਸਮਾਨ ਨੂੰ ਚੜ੍ਹਦਾ। ਚਾਰ ਚਫੇਰੇ ਵਰਨਾਂ ਉੱਡਦੀਆਂ। ਰੋਟੀ ਪਾਣੀ ਖਾਂਦਿਆਂ ਹੀ ਲੋਕ ਢਾਣੀਆਂ ਬਣਾ ਕੇ ਦਰਖਤਾਂ ਛਾਵੇਂ ਆ ਬਹਿੰਦੇ। ਕੁਝ ਕੁ ਤਾਸ਼ ਵਗੈਰਾ ਖੇਡਣ ਲੱਗ ਪੈਂਦੇ ਤੇ ਕੁਝ ਲੋਕ ਗੱਲਾਂ 'ਚ ਰੁੱਝ ਜਾਂਦੇ। ਹਰ ਪਾਸੇ ਗੱਲਾਂ ਦਾ ਤੇ ਬਹਿਸਾਂ ਦਾ ਬਾਜ਼ਾਰ ਗਰਮ ਹੁੰਦਾ। ਸਭ ਤੋਂ ਜ਼ਿਆਦਾ ਲੋਕਾਂ ਦੀਆਂ ਢਾਣੀਆਂ ਪਿੱਪਲਾਂ ਬੋੜਾਂ ਥੱਲੇ ਜੁੜਦੀਆਂ। ਇਹ ਥਾਂ ਪਿੰਡੋਂ ਚੜ੍ਹਦੇ ਵੱਲ ਸੀ। ਵੱਡੇ ਥੜੇ ਦੇ ਵਿਚਕਾਰ ਪੁਰਾਣੇ ਪਿੱਪਲ ਤੇ ਬੋੜ ਸਨ। ਥੜੇ ਨੂੰ ਤਿੰਨ ਪਾਸਿਓਂ ਘੇਰਿਆ ਹੋਇਆ ਸੀ। ਇਸੇ ਕਰਕੇ ਇੱਥੇ ਗਰਮੀ ਤੋਂ ਕੁਝ ਰਾਹਤ ਸੀ। ਖੁੱਲੀ ਥਾਂ ਹੋਣ ਕਰਕੇ ਜ਼ਿਆਦਾ ਲੋਕ ਬੈਠਦੇ, ਸਕੂਨ ਮਹਿਸੂਸ ਕਰਦੇ ਤੇ ਸਭ ਤੋਂ ਵੱਡੀ ਗੱਲ ਸੀ ਕਿ ਪਿੰਡ ਦੇ ਚੜ੍ਹਦੇ ਬੰਨਿਓਂ ਲੰਘਦੀ ਨਹਿਰ ਦੇ ਦੋਨੋਂ ਪੁਲ ਇੱਥੋਂ ਦਿਖਾਈ ਦਿੰਦੇ। ਨਹਿਰ ਕਾਫੀ ਡੂੰਘੀ ਸੀ। ਇਸ ਨੂੰ ਪਾਰ ਕਰਨਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਸੀ। ਬਸ ਇਹ ਪੁਲ ਹੀ ਸੀ ਜਿਨ੍ਹਾਂ ਉੱਪਰੋਂ ਦੀ ਲੰਘ ਕੇ ਪਿੰਡ ਵਿੱਚ ਦਾਖਲ ਹੋਇਆ ਜਾ ਸਕਦਾ ਸੀ। ਪੁਲ ਦੇ ਉੱਪਰ ਵੱਡੀਆਂ ਸੂਲਾਂ ਵਾਲੇ ਭਾਰੀ ਝਾਫੇ ਸੁੱਟ ਕੇ ਰਸਤਾ ਬੰਦ ਕੀਤਾ ਹੋਇਆ ਸੀ ਤਾਂ ਕਿ ਉਹ ਇੱਕਦਮ ਪਿੰਡ ਵੱਲ ਨਾ ਆ ਸਕਣ, ਜਾਣੀ ਕਿ ਉਹ ਜਿਹੜੇ ਧਾੜਾਂ ਵਾਲੇ ਲੋਕ ਸੀਗੇ, ਕਤਲੋਗਾਰਤ ਵਾਲੇ। ਸੋ ਇਸ ਕਰਕੇ ਪੁਲ ਝਾਫੇ ਲਾ ਕੇ ਬੰਦ ਕੀਤਾ ਹੋਇਆ ਸੀ। ਦੋਨਾਂ ਪੁਲਾਂ ਤੇ ਦਿਨ ਰਾਤ ਬੰਦੇ ਪਹਿਰਾ ਦਿੰਦੇ ਸਨ। ਪਿੰਡ ਦੇ ਲੋਕਾਂ ਨੇ ਹਿਫਾਜ਼ਤ ਰੱਖਣ ਦਾ ਕੋਈ ਕਸਰ ਨਹੀਂ ਸੀ ਛੱਡੀ। ਸਾਰਾ ਦੁਪਹਿਰਾ ਲੋਕ ਪਿੱਪਲਾਂ ਬੋੜਾਂ ਥੱਲੇ ਤਾਸ਼ਾਂ ਕੁੱਟਦੇ ਤੇ ਹਥਿਆਰ ਤਿੱਖੇ ਕਰ ਕਰਕੇ, ਬਰਸ਼ੇ ਤਿੱਖੇ ਕਰ ਕਰਕੇ ਬੈਠੇ ਰਹਿੰਦੇ। ਕਿਸੇ ਕੋਲ ਟਾਕੂਆ, ਕਿਸੇ ਕੋਲ ਗੰਡਾਸਾ, ਕਿਸੇ ਕੋਲ ਨੇਜਾ, ਕਿਸੇ ਕੋਲ ਬਰਸ਼ਾ। ਪੱਕੀਆਂ ਰਾਈਫਲਾਂ ਪਿੰਡ ਦੇ ਵਿੱਚ ਉਦੋਂ ਦੋ ਹੀ ਸਨ, ਇੱਕ ਜੈਲਦਾਰ ਕੋਲ ਤੇ ਦੂਜੇ ਬਾਬੇ ਫੌਜੀ ਕੋਲ। ਉਹ ਦੋਨੇ ਆਪੋ ਆਪਣੇ ਚੁਬਾਰਿਆਂ 'ਚ ਬੈਠੇ ਹਰ ਵੇਲੇ ਚੁਕੰਨੇ ਰਹਿੰਦੇ। ਨਹਿਰ ਵਾਲੇ ਪਾਸਿਓਂ ਹਮਲਾ ਹੋਣ ਦੀ ਸੂਰਤ ਦੇ ਵਿੱਚ ਉਹਨਾਂ ਤੱਕ ਸੁਨੇਹਾ ਪਹੁੰਚਾਉਣ ਦੀ ਦੇਰ ਹੁੰਦੀ ਤੇ ਉਹਨਾਂ ਪੁਲ ਵੱਲ ਨੂੰ ਪੱਕੀਆਂ ਗੋਲੀਆਂ ਦਾ ਮੀਂਹ ਵਰਾ ਦੇਣਾ ਸੀ। ਇੰਨੀ ਤਿਆਰੀ ਸੀ ਦੋਨਾਂ ਰਫਲਾਂ ਵਾਲਿਆਂ ਦੀ, ਜੈਲਦਾਰ ਦੀ ਤੇ ਫੌਜੀ ਦੀ। ਤੇ ਇਸ ਔਖ ਦੀ ਘੜੀ ਦੇ ਵਿੱਚ ਸਾਰਾ ਪਿੰਡ ਆਪਸੀ ਗੁੱਸੇ ਗਿੱਲੇ ਭੁਲਾ ਕੇ ਇੱਕ ਦੂਜੇ ਨਾਲ ਖੜਾ ਹੋਇਆ ਸੀ। ਇਸ ਮੌਕੇ ਕਿਸੇ ਨੂੰ ਹੋਰ ਕੰਮ ਨਹੀਂ ਸੀ। ਸਾਰਿਆਂ ਤੋਂ ਵੱਡਾ ਕੰਮ ਸੀ ਪਿੰਡ ਦੀ ਰਾਖੀ ਕਰਨਾ। ਦੁਪਹਿਰ ਵੇਲੇ ਹਰ ਪਾਸੇ ਤੇ ਖਾਸ ਕਰਕੇ ਪਿੱਪਲਾਂ ਬੋੜਾਂ ਹੇਠਾਂ ਇਸ ਔਖੀ ਘੜੀ ਬਾਰੇ ਹੀ, ਇਸ ਮਾੜੀ ਸੈਂਤ ਦੀਆਂ ਹੀ ਗੱਲਾਂ ਹੁੰਦੀਆਂ, ਸੰਸੇ ਹੁੰਦੇ। ਹਰ ਕੋਈ ਦਿਲ ਢਾਹੂ ਗੱਲ ਕਰਦਾ, ਹਰ ਕੋਈ ਆਪਣੀ ਬਹਾਦਰੀ ਦਿਖਾਉਂਦਾ, ਅਸਮਾਨ ਨੂੰ ਟਾਕੀਆਂ ਲਾਉਣ ਤੱਕ ਜਾਂਦਾ। ਕੋਈ ਭੱਜਲ ਰੱਬ ਦਾ ਸਹਾਰਾ ਲੈਂਦਿਆਂ ਦਲੀਲਾਂ ਦਿੰਦਾ। ਭਾਈ ਕਿਸੇ ਦੇ ਸਾਰੇ ਦੀ ਗੱਲ ਨਹੀਂ, ਹੁਣ ਤਾਂ ਗ੍ਰੰਥਾਂ ਦੀ ਲਿਖਤ ਮੁਤਾਬਕ ਦੁਨੀਆ ਖਤਮ ਹੋ ਜਾਣੀ ਹੈ। ਗੱਲ ਕੀ, ਸਾਰਾ ਦਿਨ ਲੋਕ ਜੱਬਲ ਘਾਟਾ ਚਲਾਉਂਦੇ ਰਹਿੰਦੇ ਤੇ ਕੋਈ ਕਿਸੇ ਗੱਲ ਦਾ ਹੱਲ ਨਾ ਲੱਭਦਾ। ਅਖੀਰ ਸਾਰੇ ਇੱਕੋ ਰਾਏ ਹੋ ਕੇ ਕਹਿੰਦੇ, ਚਲੋ ਦੇਖੀ ਜਾਊ ਜੋ ਵੀ ਹੋਊ, ਪਰ ਆਪਣਾ ਫਰਜ਼ ਹੈ ਕਿ ਆਪਾਂ ਪਿੰਡ ਦੀ ਰਾਖੀ ਕਰੀਏ। ਰਾਤ ਨੂੰ ਸਾਰੇ ਪਿੰਡ ਵਾਸੀ
ਸੌ ਨਾ ਸਕਦੇ। ਢਾਣੀਆਂ ਬਣਾ ਕੇ ਗਲੀਆਂ ਵੰਡ ਕੇ ਠੀਕਰੀ ਪਹਿਰੇ ਦਿੰਦੇ। ਸਾਰਾ ਦਿਨ ਲੋਹੜਿਆਂ ਦੀ ਗਰਮੀ ਪਿੱਛੋਂ ਦੁਪਹਿਰਾਂ ਟਲਦੀਆਂ ਤਾਂ ਆਲੇ ਦੁਆਲਿਓਂ ਰੇਤਾ ਚੜ੍ਹਨਾ ਸ਼ੁਰੂ ਹੋ ਜਾਂਦਾ। ਅਖੀਰ ਕਾਲੀ ਬੋਲੀ ਹਨੇਰੀ ਬਣ ਜਾਂਦੀ। ਆਥਣ ਵੇਲੇ ਹੱਥ ਨੂੰ ਹੱਥ ਮਾਰਿਆ ਨਾ ਦਿਸਦਾ। ਲੋਕੀ ਸ਼ਾਮਾਂ ਦੀ ਰੋਟੀ ਖਾ ਕੇ ਠੀਕਰੀ ਪਹਿਰੇ ਨੂੰ ਨਿਕਲ ਜਾਂਦੇ। ਰਾਤ ਨੂੰ ਵੱਡੀ ਮੁਸ਼ਕਲ ਭੁਲੇਖਿਆਂ ਤੇ ਅਫਵਾਹਾਂ ਨਾਲ ਹੁੰਦੀ। ਭਾਵੇਂ ਸ਼ਾਮ ਨੂੰ ਲੋਕ ਬਹਿ ਕੇ ਪੂਰੀ ਸਕੀਮ ਬਣਾਉਂਦੇ ਕਿ ਇਹ ਕਰਨਾ, ਕਿਸੇ ਨੂੰ ਕੋਈ ਮਾੜਾ ਜਿਹਾ ਭੁਲੇਖਾ ਲੱਗੇ ਤਾਂ ਰੌਲਾ ਪਾ ਦੇਣਾ ਤੇ ਬੜੀਆਂ ਪਲੈਨਿੰਗਾਂ ਕਰਦੇ, ਪਰ ਰਾਤ ਨੂੰ ਸਭ ਕੁਝ ਭੁੱਲ ਜਾਂਦਾ। ਲੋਕੀ ਰਾਤ ਨੂੰ ਉਵੇਂ ਅਫਵਾਹਾਂ ਜਾਂ ਖੜਕਾ ਸੁਣ ਕੇ ਅੰਨੇ ਦੀ ਵਾਹ ਦੌੜਦੇ। ਹਰ ਪਾਸੇ ਕਾਵਾਂ ਰੌਲੀ ਪਿੰਡ 'ਚ ਮੱਚੀ ਰਹਿੰਦੀ। ਮੇਰੀ ਉਮਰ ਉਦੋਂ ਹੱਲਿਆਂ ਦੇ ਵਕਤ 18 ਕੁ ਵਰ੍ਹੇ ਦੀ ਸੀ ਜਦੋਂ ਮੈਂ ਪਿੰਡ 'ਚ ਇਹ ਸਾਰਾ ਕੁਝ ਵੇਖਿਆ। ਪਿੰਡ ਦੇ ਹਾਲਾਤਾਂ ਦੇ ਮੁਤਾਬਕ ਡਰ ਲੱਗਣ ਦੀ ਬਜਾਏ ਕੁਝ ਕਰ ਗੁਜ਼ਰਨ ਦਾ ਉਤਸ਼ਾਹ ਜ਼ਿਆਦਾ ਸੀ। ਮੈਂ ਤੇ ਮੇਰੀ ਉਮਰ ਦੇ ਹੋਰ ਮੁੰਡੇ ਡਾਂਗਾ ਸੋਟਿਆਂ ਨਾਲ ਹਰ ਵਕਤ ਤਿਆਰ ਰਹਿੰਦੇ। ਜਿੱਧਰ ਕਿਧਰੇ ਵੀ ਹਮਲੇ ਦੀ ਗੱਲ ਚੱਲ ਰਹੀ ਹੁੰਦੀ, ਅਸੀਂ ਝੱਟ ਉੱਥੇ ਕਮਾਂਡੋਆਂ ਦੀ ਤਰ੍ਹਾਂ ਜਾ ਖਲੋਂਦੇ। ਗਰੁੱਪਾਂ ਦੇ ਵਿੱਚ ਇਕੱਠੇ ਹੁੰਦੇ। ਰਾਤ ਨੂੰ ਠੀਕਰੀ ਪਹਿਰੇ 'ਚ ਹਿੱਸਾ ਲੈਣਾ ਸਾਨੂੰ ਬੜਾ ਚੰਗਾ ਲੱਗਦਾ। ਹਮਲੇ ਦੀਆਂ ਗੱਲਾਂ ਹਰ ਵੇਲੇ ਚੱਲਦੀਆਂ ਰਹਿੰਦੀਆਂ ਤਾਂ ਅਸੀਂ ਨਵੀਆਂ ਸਕੀਮਾਂ ਬਣਾ ਕੇ ਲੱਗੇ ਰਹਿੰਦੇ ਤੇ ਹਰ ਵਕਤ ਤਿਆਰ ਰਹਿੰਦੇ। ਹਰ ਪਾਸੇ ਅਫਵਾਹ ਤੇ ਅਫਵਾਹ ਚੱਲਦੀ ਰਹਿੰਦੀ ਤੇ ਇਸ ਕਿਸੇ ਵੀ ਪਾਸਿਓਂ ਪਿੰਡ ਤੇ ਹਮਲੇ ਦੇ ਬਾਰੇ ਅਸੀਂ ਚੁਕੰਨੇ ਰਹਿੰਦੇ, ਪਰ ਲੱਗਦਾ ਸੀ ਕਿ ਹੁਣ ਕੁਝ ਨਾ ਕੁਝ ਭਿਆਨਕ ਹੋ ਸਕਦਾ ਹੈ। ਹਰ ਪਾਸੇ ਅਫਰਾ ਤਫਰੀ ਮੱਚੀ ਹੋਈ ਸੀ ਤੇ ਆਉਣ ਵਾਲੇ ਸਮੇਂ ਦਾ ਭਰੋਸਾ ਕਿਸੇ ਨੂੰ ਨਹੀਂ ਸੀ ਕਿ ਕੀ ਵਾਪਰੇਗਾ ਤੇ ਫਿਰ ਕਿਸੇ ਨੇ ਸਿੱਧੇ ਹਮਲੇ ਦੇ ਵਿੱਚ ਲੜਦੇ ਮਾਰਿਆ ਜਾਣਾ ਜਾਂ ਕੀ ਹੋਣਾ ਕਿਸੇ ਨੂੰ ਨਹੀਂ ਸੀ ਪਤਾ। ਪਰ ਫਿਰ ਵੀ ਕਈ ਮਾੜੇ ਦਿਲ ਵਾਲੇ ਉਸ ਨੂੰ ਚਿਤਵ ਕੇ ਡਰ ਜਾਂਦੇ ਤੇ ਕਈਆਂ ਦਾ ਖੂਨ ਉਬਾਲੇ ਲੈਂਦਾ ਕਿ ਜੇ ਮਰਨਾ ਹੀ ਆ ਤਾਂ ਮੁਕਾਬਲਾ ਕਰਕੇ ਮਰਾਂਗੇ, ਏਦਾਂ ਮਾਸੂਮ ਬਿੱਲੀ ਬਣ ਕੇ ਨਹੀਂ ਮਰਾਂਗੇ। ਜੇ ਬਚੇ ਰਹੇ ਤਾਂ ਵਾਹ ਭਲੀ, ਨਹੀਂ ਤਾਂ ਸਭ ਦੇ ਨਾਲ ਹੀ ਆ, ਵੇਖੀ ਜੋ ਹੋ। ਜਿਉਂ-ਜਿਉਂ ਪਿੰਡ ਨੂੰ ਇਹ ਮਜ਼ਹਬ ਦਾ ਖਤਰਾ ਵੱਧਦਾ ਜਾਂਦਾ, ਉਵੇਂ ਹੀ ਪਿੰਡ ਵਾਲੇ ਆਪਣੀ ਨਾਕਾਬੰਦੀ ਨੂੰ ਹੋਰ ਤਕੜੀ ਕਰਦੇ। ਕੋਈ ਆਖਦਾ ਨਹਿਰਾਂ ਤੇ ਵੀ ਝਿੰਗਾਂ ਲਾ ਦਿਓ, ਕੋਈ ਕੁਛ ਆਖਦਾ। ਲੋਕਾਂ ਦੇ ਸਭ ਕੰਮ ਧੰਦੇ ਠੱਪ ਸਨ। ਫਸਲਾਂ ਰੱਬ ਆਸਰੇ ਪਲ ਰਹੀਆਂ ਸਨ। ਲੋਕਾਂ ਦਾ ਖੇਤਾਂ ਦੇ ਵਿੱਚ ਗੇੜਾ ਲਾਉਣਾ ਵੀ ਬੰਦ ਸੀ। ਕੋਈ ਕੱਲਾ ਦੁਕੱਲਾ ਨਿਆਈ ਤੱਕ ਵੀ ਨਾ ਜਾਂਦਾ। ਜੰਗਲ ਪਾਣੀ ਹਾਜਤ ਦਾ ਕੰਮ ਵੀ ਬੜਾ ਬਚ ਬਚਾ ਕੇ ਨਿਬੇੜਦੇ। ਬੀਬੀਆਂ ਲਈ ਜ਼ਿਆਦਾ ਮੁਸ਼ਕਲ ਸੀ ਤੇ ਮੇਰਾ ਕਦੇ ਖੇਤ ਗੇੜਾ ਮਾਰਨ ਨੂੰ ਜੀ ਕਰਦਾ ਤਾਂ ਮੈਂ ਕਿਸੇ ਵੇਲੇ ਵਕਤ ਕੱਢ ਕੇ ਖੇਤ ਜ਼ਰੂਰ ਚੱਕਰ ਮਾਰ ਆਉਂਦਾ ਸੀ। ਸਾਡਾ ਇਹ ਖੇਤ ਦੂਰ ਵੀ ਨਹੀਂ ਸੀ, ਨਹਿਰ ਦੇ ਅੰਦਰਲੇ ਪਾਸੇ ਹੀ ਪੈਂਦਾ ਸੀ, ਇਸ ਕਰਕੇ ਖੇਤ ਜਾਣਾ ਇੰਨਾ ਖਤਰਨਾਕ ਵੀ ਨਹੀਂ ਸੀ। ਖੇਤ ਸਰਕੰਡੇ ਦੇ ਕਾਨਿਆਂ ਦੀ ਇੱਕ ਝੁੰਬੀ ਬਣੀ ਹੋਈ ਸੀ। ਉਸ ਦਿਨ ਜਦੋਂ ਮੈਂ ਖੇਤ ਪਹੁੰਚਿਆ ਤਾਂ ਮੈਨੂੰ ਝੁੰਬੀ ਦੇ ਵਿੱਚੋਂ ਕਿਸੇ ਦੇ ਕਰਾਹਣ ਦੀ ਆਵਾਜ਼ ਸੁਣੀ, ਜਿਵੇਂ ਕੋਈ ਦਰਦ ਨਾਲ ਤੜਪ ਰਿਹਾ ਹੋਵੇ। ਤਾਂ ਮੈਂ ਇੱਕਦਮ ਝੁੰਬੀ ਵੱਲੋਂ ਆਉਂਦੀ ਆਵਾਜ਼ ਸੁਣ ਕੇ ਤਰਬਕ ਕੇ ਖੜ ਗਿਆ। ਮੇਰਾ ਅਗਾਂਹ ਜਾਣ ਦਾ ਹੀਆਂ ਨਹੀਂ ਸੀ ਪੈਂਦਾ। ਮਨਾਂ ਪਤਾ ਨਹੀਂ ਕੌਣ ਹੋਵੇ, ਮੇਰੇ ਤੇ ਕੋਈ ਹਮਲਾ ਨਾ ਕਰ ਦਵੇ, ਕਿਉਂਕਿ ਬੜਾ ਡਰ ਦਾ ਮਾਹੌਲ ਸੀ। ਕੁਝ ਦੇਰ ਮੈਂ ਇਹ ਦਰਦ ਭਰੀਆਂ ਆਹਾਂ ਸੁਣਦਾ ਰਿਹਾ। ਫਿਰ ਮੈਂ ਆਲੇ ਦੁਆਲੇ ਵੇਖਿਆ ਕਿ ਕਿਸੇ ਪਾਸੇ ਕੋਈ ਨਜ਼ਰ ਨਹੀਂ ਸੀ ਆ ਰਿਹਾ। ਆਖਰ ਹੌਸਲਾ ਜਿਹਾ ਕਰਕੇ ਮੈਂ ਜੱਕੋ ਤੱਕੀ ਉਸ ਖੇਤਾਂ 'ਚ ਬਣੀ ਝੁੰਬੀ ਵੱਲ ਨੂੰ, ਜੋ ਸਰਕੰਡੇ ਦੀ ਬਣੀ ਸੀ ਝੌਂਪੜੀ, ਉਸ ਵੱਲ ਨੂੰ ਤੁਰ ਪਿਆ। ਜਿਉਂ-ਜਿਉਂ ਮੈਂ ਝੁੰਬੀ ਵੱਲ ਨੂੰ ਜਾਂਦਾ ਤਾਂ ਉਸ ਝੁੰਬੀ ਦੇ ਵਿੱਚੋਂ ਕਿਸੇ ਦੇ ਸਹਿਕਣ ਦੀ ਆਵਾਜ਼ ਹੋਰ ਉੱਚੀ ਹੁੰਦੀ। ਮੈਂ ਕੋਲ ਜਾ ਕੇ ਵੇਖਿਆ ਕਿ ਝੁੰਬੀ ਦੇ ਅੰਦਰ ਕੋਈ ਗੁੱਛਾ ਮੁੱਛਾ ਜਿਹਾ ਹੋਇਆ ਪਿਆ ਸੀ ਤੇ ਦਰਦ ਨਾਲ ਤੜਪ ਰਿਹਾ ਸੀ। ਮੈਂ ਬਿਲਕੁਲ ਨੇੜੇ ਹੋ ਕੇ ਧਿਆਨ ਨਾਲ ਨਜ਼ਰ ਮਾਰੀ। ਕੋਈ ਲੰਬੀ ਦਾੜੀ ਤੇ ਕੱਟੀਆਂ ਮੁੱਛਾਂ ਵਾਲਾ ਬੰਦਾ ਖੂਨ ਨਾਲ ਲੱਥ-ਪੱਥ ਪਿਆ ਸੀ। ਮੈਥੋਂ ਬੇਖਬਰ ਉਹ ਦਰਦ ਨਾਲ ਉਸੇ ਤਰ੍ਹਾਂ ਤੜਫ ਰਿਹਾ ਸੀ। ਮੈਂ ਡਰਦਿਆਂ ਉਸ ਨੂੰ ਪੁੱਛਿਆ, ਬਾਬਾ ਤੂੰ ਕੌਣ ਹੈ? ਤਾਂ ਉਸਨੇ ਕੋਈ ਜਵਾਬ ਦੇਣ ਦੀ ਬਜਾਏ ਮੈਥੋਂ ਪਾਣੀ ਮੰਗਿਆ। ਸ਼ਕਲ ਉਸਦੀ ਮੁਸਲਮਾਂ ਵਰਗੀ ਸੀ ਤੇ ਮੈਂ ਛੇਤੀ ਦੇਣੇ ਖੂੰਜੇ 'ਚ ਪਏ ਤੌੜੇ ਦੇ ਵਿੱਚੋਂ ਪਾਣੀ ਦਾ ਡੱਬਾ ਭਰਿਆ ਤੇ ਆਸਰਾ ਜਿਹਾ ਦਿੰਦਾ ਉਸ ਦੇ ਮੂੰਹ ਨੂੰ ਪਾਣੀ ਲਾਇਆ। ਥੋੜਾ ਜਿਹਾ ਪਾਣੀ ਹੀ ਉਸਦੇ ਅੰਦਰ ਜਾ ਸਕਿਆ ਤੇ ਉਸਦੀ ਹਾਲਤ ਬਹੁਤ ਬੁਰੀ ਸੀ। ਉਸਦੇ ਸਰੀਰ ਤੇ ਵੱਡੇ-ਵੱਡੇ ਟੱਕਾਂ ਦੇ ਜ਼ਖਮ ਸਨ ਤੇ ਖੂਨ ਨਾਲ ਉਹ ਲੱਥ-ਪੱਥ ਸੀ ਤੇ ਜ਼ਖਮ ਉਸਦੇ ਪੂਰੀ ਤਰ੍ਹਾਂ ਗਲ ਸੜ ਚੁੱਕੇ ਸਨ। ਉਹਦੇ ਸਰੀਰ ਦੇ ਵਿੱਚੋਂ ਵੀ ਸੜਾਂਦ ਮਾਰਦੀ ਸੀ। ਉਹਦੀ ਇੱਕ ਬਾਂਹ ਨੂੰ ਛੱਡ ਕੇ ਸਰੀਰ ਦਾ ਸਾਰਾ ਹੀ ਹਿੱਸਾ ਵੱਢਿਆ ਟੁੱਕਿਆ ਪਿਆ ਸੀ। ਥੋੜਾ ਪਾਣੀ ਪੀ ਕੇ ਉਸ ਨੂੰ ਕੁਝ ਰਾਹਤ ਮਿਲੀ, ਪਰ ਉਹ ਅਜੇ ਵੀ ਕੁਝ ਬੋਲ ਨਹੀਂ ਸਕਿਆ। ਮੈਂ ਉਦਾਸਿਆ ਜਿਹਾ ਕੁਝ ਦੇਰ ਉਸ ਕੋਲ ਬੈਠਾ ਰਿਹਾ। ਜਦੋਂ ਉਹ ਕੁਝ ਨਾ ਬੋਲ ਸਕਿਆ ਮੇਰੇ ਬਾਰ-ਬਾਰ ਪੁੱਛਣ ਤੇ ਮੈਂ ਉਦਾਸ ਜਿਹਾ ਹੋ ਕੇ ਪਿੰਡ ਨੂੰ ਮੁੜ ਆਇਆ। ਪਿੰਡ ਪਹੁੰਚ ਕੇ ਮੈਂ ਵੇਖਿਆ ਕਿ ਸਾਰਾ ਪਿੰਡ ਪਿੱਪਲਾਂ ਬੋਹੜਾਂ ਥੱਲੇ ਜੁੜਿਆ ਬੈਠਾ ਸੀ। ਸਭ ਦੇ ਮੂੰਹਾਂ ਤੇ ਪਲੱਤਣ ਛਾਈ ਸੀ। ਪਿੰਡ ਦੇ ਸੂਹੀਏ ਸਾਰੀ ਖਬਰ
ਲੈ ਕੇ ਪਿੰਡ ਮੁੜੇ ਸਨ ਕਿ ਆਲੇ ਦੁਆਲੇ ਪਿੰਡਾਂ 'ਚ ਕੀ ਮਾਹੌਲ ਹੈ। ਉਹਨਾਂ ਦੱਸਿਆ ਕਿ ਉਹ ਪੂਰੀ ਤਿਆਰੀ 'ਚ ਨੇ ਤੇ 1-2 ਦਿਨਾਂ ਨੂੰ ਤੁਰ ਪੈਣਗੇ, ਜਾਣੀ ਕਿ ਮੁਸਲਿਮ। ਹੁਣ ਉਹ ਸਿਰਫ ਰਾਹ ਬਣਨ ਦੀ ਉਡੀਕ ਕਰ ਰਹੇ ਨੇ। 1-ਅੱਧ ਦਿਨ ਦੇ ਵਿੱਚ ਪਾਣੀ ਥੱਲੇ ਜਾਏਗਾ ਤੇ ਉਹਨਾਂ ਦੀਆਂ ਧਾੜਾਂ ਹਰਲ-ਹਰਲ ਕਰਦੀਆਂ ਨਹਿਰਾਂ ਨੂੰ ਪਾਰ ਕਰਕੇ ਲੰਘਣਗੀਆਂ ਤੇ ਕੁਝ ਘੰਟਿਆਂ ਦੇ ਵਿੱਚ ਹੀ ਉਹ ਮੌਤ ਰੂਪੀ ਦੈਂਤ ਪਿੰਡਾਂ ਦੀਆਂ ਗਲੀਆਂ 'ਚ ਵੜੇਗਾ। ਜਾਣੀ ਕਹਾਣੀ ਕੀ ਸੀ? ਅਸਲ ਦੇ ਵਿੱਚ ਮੁਸਲਿਮ ਤਾਂ ਉਸੋਂ ਇਹ ਕਹਾਣੀ ਤੋਂ ਬਾਹਰ ਦੀ ਗੱਲ ਹੈ ਕਿ ਸੀਨ ਕੀ ਸੀਗਾ। ਜਿਵੇਂ ਹੁਣ ਇਹ ਹਰਮਹਿੰਦਰ ਸਿੰਘ ਚਾਹਲ, ਮੈਂ ਇਹਨਾਂ ਦਾ ਪਿੰਡ ਵੀ ਵੇਖਿਆ, ਉਹ ਸਾਰਾ ਸੀਨ ਨਹਿਰ ਦਾ, ਇਹ ਸਾਰੀਆਂ ਚੀਜ਼ਾਂ ਉੱਥੇ ਹੈਗੀਆਂ ਨੇ ਕਿਉਂਕਿ ਮੁਸਲਮਾਨਾਂ ਦੀ ਵੱਡੀ ਵਸੋਂ ਸੀ। ਉਹਨਾਂ ਦੇ ਵੀ ਵੱਡੇ ਪਿੰਡ ਸਨ, ਉਹ ਵੀ ਜੁਝਾਰੂ ਕਿਸਮ ਦੇ ਲੋਕ ਸਨ, ਖੇਤੀ ਕਰਦੇ ਸਨ, ਜੁੱਸਿਆਂ ਵਾਲੇ ਸੀ, ਲੋਹਾਰਾ ਤਖਾਣਾ ਕਰਦੇ ਸਨ, ਤਕੜੇ ਸਨ। ਉਹ ਵੀ ਇਕੱਠੇ ਹੋ ਕੇ ਇਸ ਜਗ੍ਹਾ ਤੋਂ ਬਚ ਨਿਕਲਣ ਦੀ ਰੌਂ ਦੇ ਵਿੱਚ ਸਨ। ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਤੇ ਹਿੰਦੂ ਤੇ ਸਿੱਖ ਜਿਹੜੇ ਨੇ ਹਮਲਾ ਕਰਨਗੇ ਤੇ ਸਿੱਖਾਂ ਤੇ ਹਿੰਦੂਆਂ ਨੂੰ ਲੱਗਦਾ ਸੀ ਕਿ ਉਹ ਜਿਹੜੀਆਂ ਧਾੜਾਂ ਲੰਘਦੀਆਂ ਨੇ, ਜੇ ਉਹ ਜ਼ਿਆਦਾ ਨੇ, ਉਹ ਆਲੇ ਦਾਲਿਓਂ ਸਭ ਕੁਝ ਲੁੱਟ ਕੇ ਲੈ ਜਾਂਦੇ ਨੇ ਜਿੱਥੋਂ ਦੀ ਲੰਘਦੇ ਨੇ। ਜਾਣੀ ਦੋਨੇ ਧਿਰਾਂ ਇੱਕ ਦੂਸਰੇ ਤੇ ਹਮਲਾ ਕਰਨ ਦੀ ਤਾਕ ਦੇ ਵਿੱਚ ਸੀ। ਇਸ ਤਰ੍ਹਾਂ ਇਹ ਸੀ ਕਿ ਜ਼ਰੂਰੀ ਨਹੀਂ ਸੀ ਭਾਵੇਂ ਕਿ ਇਹ ਖਿੱਤਾ ਪੰਜਾਬ ਜਿਹੜਾ ਹੈ ਇੰਡੀਆ ਵਾਲਾ, ਇਹ ਪੰਜਾਬ ਇੰਡੀਆ 'ਚ ਸੀ, ਪਰ ਫਿਰ ਵੀ ਇੱਥੋਂ ਮੁਸਲਮਾਨ ਬਚ ਕੇ ਨਿਕਲਣ ਦੇ ਵਾਸਤੇ ਕੋਸ਼ਿਸ਼ ਦੇ ਵਿੱਚ ਸਨ, ਪਰ ਉਹ ਆਪਣੀ ਡਿਫੈਂਸ ਦੇ ਵਿੱਚ ਵੀ ਸਨ। ਸੋ ਇਸ ਤਰ੍ਹਾਂ ਦਾ ਮਾਹੌਲ ਸੀ। ਇਸ ਕਰਕੇ ਉਹ ਵੀ ਸੂਈਏ ਭੇਜਦੇ, ਕੋਸ਼ਿਸ਼ ਕਰਦੇ। ਸਾਡੇ ਪਿੰਡ ਨੇੜੇ ਡਕੌਂਦਾ ਸੀਗਾ, ਉਹ ਦੱਸਦੇ ਆ, ਆਪਣਾ ਸਾਡੇ ਤਾਇਆ ਜੀ ਜਸਟਿਸ ਅਮਰਜੀਤ ਸਿੰਘ ਹੋਰੀ ਗੱਲ ਕਰਦੇ ਹੁੰਦੇ ਆ ਕਦੇ ਕਦੇ ਕਿ ਉੱਥੇ ਬਹੁਤ ਵੱਡਾ ਬਾਗ ਸੀ ਉਹਨਾਂ ਦਾ, ਡਕੌਂਦੇ ਪਿੰਡ ਚੌੜੇ ਦੇ ਨਾਲ ਹੀ। ਉੱਥੇ ਕੜਾਹੇ ਦੇ ਵਿੱਚ ਉਹ ਜਿਹੜੇ ਮੁਸਲਿਮ ਸਰਦਾਰ ਸੀ ਉਹਨਾਂ ਦਾ ਮੋਰਚਾ ਬਣਾਇਆ ਹੋਇਆ ਸੀ। ਉਹ ਕੜਾਹੇ ਦੇ ਵਿੱਚ ਬੈਠ ਕੇ, ਦਰਖਤ ਤੇ ਕੜਾਹਾ ਰੱਖਿਆ ਹੋਇਆ ਸੀ, ਉੱਥੇ ਉਹਨਾਂ ਨੇ ਮੋਰਚੇ ਬਣਾਏ ਹੋਏ ਸਨ। ਉਸ ਵਕਤ ਉਹਨਾਂ ਦੇ ਬਾਗ ਸਨ ਡਕੌਂਦੇ ਪਿੰਡ। ਫਿਰ ਉੱਥੇ ਰਫੂਜੀ ਆ ਕੇ ਬੈਠੇ, ਜਿਹੜੇ ਸਿੱਖ ਰਫੂਜੀ ਪਾਕਿਸਤਾਨ ਤੋਂ ਆਏ ਲਾਹੌਰੀਏ, ਉਹ ਕੜਾਹੇ ਦੇ ਵਿੱਚੋਂ ਮੋਰਚਾ ਚਲਾ ਕੇ ਗੋਲੀਆਂ ਚਲਾਉਂਦੇ ਰਹੇ। ਸੁਨਾਮ ਦੇ ਵਿੱਚ ਬੜੀ ਗੋਲੀ ਚੱਲੀ। ਮਹਾਰਾਜਾ ਪਟਿਆਲੇ ਨੇ ਫਿਰ ਆਪਣੇ ਟੈਂਕ ਭੇਜੇ। ਪਟਿਆਲੇ ਦੇ ਵਿੱਚ ਵੀ ਮਤਲਬ ਗੋਲੀ ਚੱਲੀ। ਇੱਕ ਅਫਵਾਹ ਫੈਲ ਗਈ ਕਿ ਇੱਕ ਬੜਾ ਤਕੜਾ ਡਾਕਟਰ ਸੀ ਕਿ ਉਹ ਇਹ ਟੈਂਕ ਜਿਹੜਾ ਸੀ ਇੰਗਲੈਂਡ ਤੋਂ ਗਾਰਡਰ ਲਿਆ ਕੇ ਇੱਥੇ ਟੈਂਕ ਬਣਾਇਆ ਹੋਇਆ ਸੀਗਾ ਰਿਆਸਤ ਵੇਲੇ ਦਾ, ਪਾਣੀ ਦਾ ਵੱਡਾ, ਕਿ ਉਸਨੇ ਟੈਂਕ ਦੇ ਵਿੱਚ, ਪਾਣੀ ਦੇ ਟੈਂਕ ਦੇ ਵਿੱਚ, ਇਹ ਟੈਂਕ 'ਚ ਜ਼ਹਿਰ ਪਾ ਦਿੱਤਾ। ਜਾਣੀ ਇਦਾਂ ਬੇਵਿਸ਼ਵਾਸੀ ਆਪਸ ਦੇ ਵਿੱਚ ਮਜ਼੍ਹਬਾਂ ਦੀ ਫੈਲੀ ਹੋਈ ਸੀ। ਜਦੋਂ ਦਾ ਇਹ ਸੀਨ ਲਿਖਿਆ ਹਰਮਹਿੰਦਰ ਸਿੰਘ ਚਾਹਲ ਹੋਰਾਂ ਨੇ, ਬੜੇ ਕਮਾਲ ਦੇ ਕਹਾਣੀਕਾਰ ਨੇ। ਸੋ ਇਹਨਾਂ ਦੀ ਕਹਾਣੀ ਸੀ ਫੁਲਕਾਰੀ, ਜਿਹੜੀ ਮੈਂ ਪੜ੍ਹੀ ਵੀ ਹੋਈ ਸੀ, ਦੂਜੀ ਵਾਰ ਵੀ ਮੈਂ ਰੋ ਪਿਆ ਉਹ ਕਹਾਣੀ ਨੂੰ ਸੁਣ ਕੇ, ਏਡੀ ਭਾਵਕ ਹੈ। ਸੋ ਇਹ ਜਿਹੜਾ ਰੋਣਾ ਨਾ, ਜਿਵੇਂ ਅਸੀਂ ਧਰਮ ਕਰਮ ਦੀ ਜਦੋਂ ਗੱਲ ਪੜ੍ਹਦੇ ਆ ਨਾ, ਅਸੀਂ ਭੇਟਾਵਾਂ ਗਾਉਂਦੇ ਹਾਂ ਜਾਂ ਸ਼ਬਦ ਗਾਉਂਦੇ ਹਾਂ ਜਾਂ ਨਾਤੀਆ ਗਾਉਂਦੇ ਹਾਂ, ਕੁਛ ਵੀ, ਸਾਡੇ ਮਨ 'ਚ ਜਿਹੜੀ ਮੈਲ ਹੈ ਨਾ ਨਫ਼ਰਤ ਦੀ, ਉਹ ਦੂਰ ਹੋ ਜਾਂਦੀ ਹੈ। ਇਨਸਾਨੀਅਤ ਦੀ, ਜਿਵੇਂ ਬਾਈ ਜੱਸੀ ਨੇ ਆਖਿਆ ਸੀ ਪਠਾਨਕੋਟ ਵਾਲਿਆਂ ਨੇ, ਕਿ ਉਹ ਇਨਸਾਨੀਅਤ ਜਗਦੀ ਹੈ। ਇਸ ਕਰਕੇ ਜਿਹੜਾ ਅੱਛਾ ਲਿਟਰੇਚਰ ਹੈ, ਉਹ ਭਾਵੇਂ ਧਾਰਮਿਕ ਹੋਵੇ ਤੇ ਭਾਵੇਂ ਉਹ ਕਹਾਣੀ ਜਾਂ ਨਾਵਲ ਜਾਂ ਕਵਿਤਾ ਦੇ ਰੂਪ 'ਚ ਹੋਵੇ, ਉਹ ਤੁਹਾਡੇ ਮਨ ਦੀ ਮੈਲ ਨੂੰ ਧੋਂਦਾ ਹੈ। ਤੇ ਜਿਹੜੇ ਜਾਹਲ ਕਿਸਮ ਦੇ ਬਹੁਤੇ ਲੋਕ ਹੁੰਦੇ ਨੇ ਨਾ, ਉਹ ਪੜ੍ਹਦੇ ਪੁੜਦੇ ਨਹੀਂ, ਨਾ ਉਹ ਵਾਲਾ ਲਿਟਰੇਚਰ ਨਾਲ ਉਹਨਾਂ ਨੂੰ ਕੋਈ ਵਾਸਤਾ ਹੁੰਦਾ, ਨਾ ਸੰਗੀਤ ਨਾਲ ਵਾਸਤਾ ਹੁੰਦਾ। ਉਹ ਬਹੁਤ ਕੱਟੜ ਹੁੰਦੇ ਨੇ, ਰਿਜ਼ਲਟ ਉਹ ਬਸ ਸਿਰਫ ਉਹ ਧਰਮ ਦੀ ਉਹਨਾਂ ਨੇ 2-4 ਕਿਤਾਬਾਂ ਪੜ੍ਹਨੀਆਂ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਬਸ ਬੰਬ, ਹਿਊਮਨ ਬੰਬ, ਫਿਰ ਉੱਥੇ ਕਸਾਬ ਪੈਦਾ ਹੁੰਦੇ ਨੇ। ਜਾਂ ਫਿਰ ਜਿਹੜੇ ਬਿਲਕੁਲ ਕੋਰੇ ਨੇ, ਜਿਹੜੇ ਬਿਲਕੁਲ ਹੀ ਕੁਛ ਨਹੀਂ ਪੜ੍ਹਦੇ, ਉਹ ਵੀ ਇੱਕ ਕਾਰਨ ਹੁੰਦਾ ਹੈ, ਜਿਨ੍ਹਾਂ ਨੂੰ ਸੰਸਾਰ ਦੀ ਸਮਝ ਨਹੀਂ ਹੁੰਦੀ। ਇਸ ਕਰਕੇ ਜਿੰਨੀ ਕੁ ਕੋਸ਼ਿਸ਼ ਹੋਵੇ ਨਾ, ਲਿਟਰੇਚਰ ਨਾਲ ਜੁੜਨਾ ਚਾਹੀਦਾ। ਤੇ ਸਾਡੇ ਪਿੰਡ ਦੇ ਚੜ੍ਹਦੇ ਵਾਲੇ ਪਾਸੇ ਲਿਖਦੇ ਆ ਹਰਮਿੰਦਰ ਸਿੰਘ ਚਾਹਲ ਹੋਰੀ ਕਹਾਣੀ ਪੁੰਨ ਦੇ ਵਿੱਚ, ਸਾਡੇ ਪਿੰਡ ਦੇ ਚੜ੍ਹਦੇ ਵਾਲੇ ਪਾਸੇ 5 ਮੀਲ ਦੂਰ ਘੱਗਰ ਨਦੀ ਲੰਘਦੀ ਸੀ। ਪਿੰਡ ਦੇ ਸਾਹਮਣੇ ਜੋ ਨਦੀ ਦਾ ਪੱਤਣ ਸੀ, ਉਸ ਨੂੰ ਸ਼ੇਖਾ ਪੱਤਣ ਕਹਿੰਦੇ ਸਨ। ਇੱਥੇ ਪੁਲ ਨਹੀਂ ਸੀ, ਪਰ ਜਦੋਂ ਘੱਗਰ ਦਾ ਪਾਣੀ ਘੱਟ ਹੁੰਦਾ ਤੇ ਲੋਕੀ ਇਸ ਪੱਤਣ ਤੋਂ ਨਦੀ ਪਾਰ ਕਰ ਲੈਂਦੇ। ਵਗਦੇ ਪਾਣੀ ਦੇ ਵਿੱਚ ਇੱਥੋਂ ਲੰਘਿਆ ਨਹੀਂ ਸੀ ਜਾ ਸਕਦਾ ਘੱਗਰ ਚੜ੍ਹੇ ਤੋਂ, ਪਰ ਘੱਟ ਪਾਣੀ ਵੇਲੇ ਲੰਘਣ ਵਾਸਤੇ ਸ਼ੇਖਾਂ ਪੱਤਣ ਵਧੀਆ ਰਸਤਾ ਸੀ। ਉਂਝ ਇਸ ਪੱਤਣ ਦੇ 20-25 ਮੀਲ ਉੱਪਰ ਵੱਲ ਇਤਨੀ ਦੂਰੀ ਤੇ ਹੀ ਥੱਲੇ ਕੋਈ ਪੁਲ ਨਹੀਂ ਸੀ। ਸਭ ਤੋਂ ਵੱਡਾ ਪੁਲ ਇੱਥੋਂ ਹੀ ਲਹਿੰਦੇ ਵਾਲੇ ਪਾਸੇ 25 ਮੀਲ ਦੂਰੀ ਤੇ ਜਰਨੈਲੀ ਸੜਕ ਤੇ ਬਣਿਆ ਹੋਇਆ ਸੀ। ਸੰਨ 47 ਦੇ ਵਕਤ ਮੁਲਕ ਦੀ ਵੰਡ ਵੇਲੇ ਦਾ ਸਮਾਂ ਸੀ। ਸਾਰੇ ਪਾਸੇ ਵੱਡਾ ਟੁੱਕੀ ਹੋ ਰਹੀ ਸੀ, ਕਤਲੋਗਾਰਤ ਹਨੇਰੀ ਚੱਲ ਰਹੀ ਸੀ। ਘੱਗਰ ਪਾਰ ਦੇ ਲੁੱਟੇ ਪੁੱਟੇ ਤੇ ਵੱਡੇ ਟੁੱਕੇ ਮੁਸਲਮਾਨ
ਘੱਗਰ ਦੇ ਇਸ ਸ਼ੇਖਾ ਪੱਤਣ ਤੇ ਇਕੱਠੇ ਹੋ ਰਹੇ ਸਨ ਤਾਂ ਜੋ ਨਦੀ ਦਾ ਪਾਣੀ ਉਤਰਨ ਤੋਂ ਬਾਅਦ ਉਹ ਘੱਗਰ ਨਦੀ ਪਾਰ ਕਰਕੇ ਪਾਕਿਸਤਾਨ ਵੱਲ ਨੂੰ ਜਾ ਸਕਣ। ਇਸੇ ਪੱਤਣੋਂ ਲੰਘ ਕੇ ਉਹਨਾਂ ਛੇਤੀ ਪਾਕਿਸਤਾਨ ਜਾ ਪਹੁੰਚਣਾ ਸੀ ਕਿਉਂਕਿ ਇੱਥੇ ਪਾਕਿਸਤਾਨ ਦੀ ਸਰਹੱਦ ਇੱਥੋਂ 20 ਮੀਲ ਪੈਂਦੀ ਸੀ। ਪਿੱਛੋਂ ਇਸ ਲਾਂਘੇ ਵੱਲ ਆ ਰਹੇ ਲੋਕ ਇਸ ਪੱਤਣ ਤੇ ਇਕੱਠੇ ਹੋ ਰਹੇ ਸਨ, ਪਾਣੀ ਦੇ ਉਤਰਨ ਦੀ ਉਡੀਕ ਕਰ ਰਹੇ ਸਨ ਤੇ ਇਕੱਠੇ ਹੋਏ ਲੋਕਾਂ ਦਾ ਹੌਲੀ-ਹੌਲੀ ਇੱਕ ਵੱਡਾ ਕਾਫਲਾ ਬਣ ਚੁੱਕਿਆ ਸੀ। ਜਿਉਂ-ਜਿਉਂ ਇਸ ਕਾਫਲੇ ਨੇ ਇੱਥੋਂ ਤੁਰਨਾ ਸੀ, ਇਸ ਨੇ ਸਾਡੇ ਪਿੰਡਾਂ ਦੇ ਵਿੱਚੋਂ ਦੀ ਲੰਘਣਾ ਸੀ ਤੇ ਏਡਾ ਵੱਡਾ ਕਾਫਲਾ ਜੋ ਮੁਸਲਮਾਨਾਂ ਦਾ ਸੀ, ਇਹ ਜ਼ੁਲਮੋ ਸਿਤਮ ਦਾ ਸਤਾਇਆ ਹੋਇਆ ਸੀ ਤੇ ਇਹਨਾਂ ਲੋਕਾਂ ਤੋਂ ਇਹ ਲੱਗਦਾ ਸੀ ਕਿ ਇਹ ਵੀ ਜਾਂਦੇ ਹੋਏ ਸਿੱਖਾਂ ਹਿੰਦੂਆਂ ਦੇ ਪਿੰਡਾਂ ਦੀ ਲੁੱਟ-ਖੋਹ ਕਰਨਗੇ। ਜਿੱਥੋਂ ਦੀ ਵੀ ਇਸ ਕਾਫਲੇ ਨੇ ਲੰਘਣਾ ਉਹ ਤਬਾਹੀ ਕਰਦਾ ਜਾਏਗਾ। ਇਸ ਤਰ੍ਹਾਂ ਦੀਆਂ ਅਫਵਾਹਾਂ ਸਨ। ਜੋ ਕੁਝ ਵੀ ਇਹਨਾਂ ਮੁਸਲਮਾਨਾਂ ਤੇ ਬੀਤਿਆ ਸੀ ਇੰਡੀਆ ਦੇ ਵਿੱਚ, ਉਹ ਉਸ ਦਾ ਬਦਲਾ ਲੈਣਗੇ। ਰਸਤੇ ਦੇ ਵਿੱਚ ਮਿਲਦੇ ਹਿੰਦੂਆਂ ਤੇ ਸਿੱਖਾਂ ਨੂੰ ਕਤਲ ਕਰਨਗੇ। ਇਹ ਲੋਕਾਂ ਦੀ ਕਲਪਨਾ ਸੀ। ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਸੀ ਤੇ ਇੱਥੇ ਸੇਖਾ ਪੱਤਣ ਤੇ ਇਕੱਠੇ ਹੋਏ ਮੁਸਲਮਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਆਲੇ-ਦੁਆਲੇ ਲੋਕ ਕਾਰਵੇਂ ਇਕੱਠੇ ਹੋ ਕੇ ਇੱਥੇ ਉਤਰ ਰਹੇ ਸਨ ਤੇ ਉਹ ਪਾਣੀ ਦੇ ਨੀਵੇਂ ਹੋਣ ਦੀ ਉਤਰਨ ਦੀ ਉਡੀਕ ਸਨ। ਰਾਹ ਬਣਦਿਆਂ ਹੀ ਇਸ ਕਾਫਲੇ ਨੇ ਤੂਫਾਨ ਦੀ ਤਰ੍ਹਾਂ ਚੱਲ ਪੈਣਾ ਸੀ। ਇਸ ਕਰਕੇ ਰਸਤੇ 'ਚ ਪੈਂਦੇ ਸਾਰੇ ਪਿੰਡ ਤੇ ਆਉਣ ਵਾਲੇ ਆਪਣੇ ਬੁਰੇ ਵਕਤ ਨੂੰ ਉਡੀਕ ਰਹੇ ਸਨ ਕਿ ਜਦੋਂ ਇਹ ਮੁਸਲਮਾਨਾਂ ਦਾ ਕਾਫਲਾ ਸੇਖਾ ਪੱਤਣ ਪਾਰ ਕਰ ਗਿਆ, ਉਹਨਾਂ ਦੇ ਪਿੰਡਾਂ ਨੂੰ ਨਿਗਲ ਜਾਏਗਾ। ਇਸੇ ਕਰਕੇ ਪਿੰਡਾਂ 'ਚ ਸਹਿਮ ਸੀ। ਹੁਣ ਕਈ ਦਿਨਾਂ ਤੋਂ ਘੱਗਰ ਨਦੀ ਦਾ ਪਾਣੀ ਲਗਾਤਾਰ ਉਤਰ ਰਿਹਾ ਸੀ ਤੇ ਲੱਗਦਾ ਸੀ ਕਿ ਛੇਤੀ ਹੀ ਘੱਗਰ ਉਹਨਾਂ ਨੂੰ ਰਾਹ ਦੇ ਦੇਵੇਗਾ ਤੇ ਕਾਫਲਾ ਚੱਲ ਪਵੇਗਾ। ਇਹ ਖਬਰ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋਏ ਬੈਠੇ ਸਨ ਤੇ ਲੋਕ ਆਪੋ ਆਪਣੀਆਂ ਸਲਾਹਾਂ ਦੇ ਰਹੇ ਸਨ, ਪਰ ਇਸ ਗੱਲ ਦਾ ਕੋਈ ਵੀ ਹੱਲ ਨਹੀਂ ਸੀ। ਅਖੀਰ ਸਿਆਣਿਆਂ ਬੰਦਿਆਂ ਫੈਸਲਾ ਕੀਤਾ ਕਿ ਪਿੰਡ ਦੀਆਂ ਬੁੜੀਆਂ ਤੇ ਕੁੜੀਆਂ ਤੇ ਬੱਚਿਆਂ ਨੂੰ ਦੂਰ ਦੀਆਂ ਰਿਸ਼ਤੇਦਾਰੀਆਂ 'ਚ ਭੇਜ ਦਿੱਤਾ ਜਾਵੇ ਤੇ ਇਕੱਲੇ ਮਰਦ ਪਿੱਛੇ ਰਹਿ ਕੇ ਪਿੰਡ ਦੀ ਰਾਖੀ ਕਰਨ। ਅਗਲੇ ਦਿਨ ਇਸ ਤਰ੍ਹਾਂ ਅੱਧਾ ਪਿੰਡ ਖਾਲੀ ਹੋ ਗਿਆ। ਬਜ਼ੁਰਗਾਂ ਨੂੰ, ਬੁੜੀਆਂ ਬੀਬੀਆਂ ਨੂੰ, ਬੱਚਿਆਂ ਨੂੰ ਰਿਸ਼ਤੇਦਾਰੀਆਂ 'ਚ ਘੱਲ ਦਿੱਤਾ ਗਿਆ। ਖੈਰ, ਆਪਣੇ ਖੇਤੋਂ ਮੈਂ ਮੁੜ ਕੇ ਸਿੱਧਾ ਘਰੇ ਗਿਆ। ਮਾਂ ਨਾਲ ਖੇਤ ਵਿੱਚ ਪਏ ਆਦਮੀ ਬਾਰੇ ਮੈਂ ਗੱਲ ਕੀਤੀ। ਮੇਰੀ ਮਾਂ ਨੇ ਤੁਰੰਤ ਮੇਰਾ ਮੂੰਹ ਬੰਨ੍ਹਦਿਆਂ ਆਖਿਆ ਕਿ ਇਸ ਬਾਰੇ ਪਿੰਡ ਦੇ ਕਿਸੇ ਵੀ ਵਿਅਕਤੀ ਨਾਲ ਤੂੰ ਗੱਲ ਨਹੀਂ ਕਰਨੀ, ਕਿਉਂਕਿ ਪਿਛਲੇ ਮਹੀਨੇ ਜਦੋਂ ਪਿੰਡ ਦੇ ਮੁਸਲਮਾਨਾਂ ਤੇ ਬਾਹਰਲੀ ਧਾੜ ਨੇ ਹਮਲਾ ਕੀਤਾ ਸੀ ਤਾਂ ਜਿਸ ਕਿਸੇ ਨੇ ਵੀ ਪਿੰਡ ਵਾਲੇ ਨੇ ਉਹਨਾਂ ਮੁਸਲਮਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਇਹਨਾਂ ਸਿੱਖ ਤੇ ਹਿੰਦੂ ਧਾੜਵੀਆਂ ਨੇ ਉਸ ਵਿਅਕਤੀ ਨਾਲ ਬੁਰਾ ਸਲੂਕ ਕੀਤਾ ਸੀ ਕਿ ਤੂੰ ਮੁਸਲਮਾਨਾਂ ਦੀ ਮਦਦ ਕਰਨਾ। ਇਸ ਕਰਕੇ ਅਜਿਹੇ ਮੌਕਿਆਂ ਤੇ ਹਰ ਕੋਈ ਚਾਹੁੰਦਾ ਹੋਇਆ ਵੀ ਅੱਗ ਨੂੰ ਹੱਥ ਪਾਉਣੋਂ ਡਰਦਾ ਸੀ। ਮੇਰੀ ਮਾਂ ਸਮਝ ਗਈ ਸੀ ਕਿ ਖੇਤ ਦੇ ਵਿੱਚ ਵੱਢਿਆ ਟੋਕਿਆ ਆਦਮੀ ਕੋਈ ਮੁਸਲਮਾਨ ਹੀ ਹੈ, ਪਰ ਉਸ ਨੇ ਮੈਨੂੰ ਪਰਦੇ ਨਾਲ ਉਸ ਦੀ ਮਦਦ ਕਰਨ ਨੂੰ ਆਖਿਆ। ਉਸ ਨੇ ਕੁਝ ਦੇਸੀ ਕਾੜੇ ਤੇ ਦਲੀਆ ਵਗੈਰਾ ਮੈਨੂੰ ਤਿਆਰ ਕਰਕੇ ਫੜਾਇਆ ਕਿ ਮੁੜ ਖੇਤ ਦੇ ਵਿੱਚ ਜਾ ਕੇ ਉਸ ਵਿਅਕਤੀ ਨੂੰ ਦੇ ਕੇ ਆ। ਖੇਤ ਵਿੱਚ ਜਾ ਕੇ ਮੈਂ ਪਹਿਲਾਂ ਗਿੱਲਾ ਕੱਪੜਾ ਲੈ ਕੇ ਉਸ ਜ਼ਖਮੀ ਵਿਅਕਤੀ ਦੇ ਸਰੀਰ ਦਾ ਅੰਗ-ਅੰਗ ਸਾਫ਼ ਕੀਤਾ, ਉਸ ਦੇ ਜ਼ਖਮਾਂ ਤੇ ਕੁਝ ਦੇਸੀ ਦਵਾਈਆਂ ਲਾਈਆਂ। ਫਿਰ ਉਸ ਨੂੰ ਆਸਰਾ ਦੇ ਕੇ ਮੈਂ ਕੁਝ ਕਾੜਾ ਪਿਆਇਆ ਤੇ ਕੁਝ ਮਾਂ ਦਾ ਦਿੱਤਾ ਦਲੀਆ ਖਵਾਇਆ। ਫਿਰ ਝੁੰਬੀ ਦੇ ਇੱਕ ਖੂੰਜੇ ਦੇ ਵਿੱਚ ਸਿਰ ਹੇਠਾਂ ਸਿਰਹਾਣਾ ਦੇ ਕੇ ਮੈਂ ਉਸ ਨੂੰ ਲਟਾ ਦਿੱਤਾ ਤੇ ਘਰ ਮੁੜ ਆਇਆ। ਅਗਲੇ ਦਿਨ ਮੈਂ ਸਵੇਰੇ ਜਾ ਕੇ ਦੇਖਿਆ ਕਿ ਉਸ ਦੀ ਹਾਲਤ ਪਹਿਲਾਂ ਨਾਲੋਂ ਕੁਝ ਠੀਕ ਸੀ। ਉਹ ਹੁਣ ਹੌਲੀ-ਹੌਲੀ ਬੋਲ ਸਕਦਾ ਸੀ। ਮੇਰੇ ਬਾਰ-ਬਾਰ ਜ਼ੋਰ ਦੇਣ ਤੇ ਉਸਨੇ ਆਪਣੇ ਬਾਰੇ ਦੱਸਿਆ ਕਿ ਮੇਰਾ ਨਾਂ ਰਹਿਮਤ ਅਲੀ ਹੈ, ਮੈਂ ਫਤਿਆਬਾਦ ਕੋਲ ਕਿਸੇ ਪਿੰਡ ਦਾ ਰਹਿਣ ਵਾਲਾ ਤੇ ਸਾਰਿਆਂ ਦੇ ਨਾਲ ਮੈਂ ਵੀ ਆਪਣਾ ਘਰ-ਬਾਰ ਛੱਡ ਕੇ ਕਾਫਲੇ 'ਚ ਰਲ ਗਿਆ। ਬਹੁਤ ਖਤਰਨਾਕ ਹਾਲਤਾਂ ਦੇ ਵਿੱਚ ਕਾਫਲਾ ਅੱਗੇ ਵਧ ਰਿਹਾ ਸੀ ਤੇ ਰਾਹ ਦੇ ਪਾਸੇ ਲੁਕੇ ਹੋਏ ਧਾੜਵੀ ਮੌਕਾ ਵੇਖ ਕੇ ਸਾਡੇ ਕਾਫਲੇ ਤੇ ਟੁੱਟ ਪੈਂਦੇ ਸਨ। ਲੁੱਟਾ ਖੋਹੀ ਕਰਕੇ ਵੱਢਾ ਟੁੱਕੀ ਕਰਦਿਆਂ ਜਵਾਨ ਔਰਤਾਂ ਨੂੰ ਚੁੱਕ ਲੈ ਜਾਂਦੇ, ਬੱਚਿਆਂ ਨੂੰ ਮਾਰ ਦਿੰਦੇ ਤੇ ਸ਼ਾਮ ਵੇਲੇ ਮੇਰਾ ਪਰਿਵਾਰ ਅਚਾਨਕ ਕਾਫਲੇ ਤੋਂ ਪਿੱਛੇ ਰਹਿ ਗਿਆ। ਨਹਿਰ ਦਾ ਪੁਲ ਚੜ੍ਹਦਿਆਂ ਹੀ ਕੁਝ ਹਥਿਆਰਬੰਦ ਆਦਮੀਆਂ ਨੇ ਮੇਰੇ ਟੱਬਰ ਨੂੰ ਘੇਰ ਲਿਆ। ਉਹਨਾਂ ਧਾੜਵੀਆਂ ਦੇ ਵਿੱਚੋਂ ਇੱਕ ਨੇ ਮੇਰੀ ਘਰਵਾਲੀ ਤੋਂ ਸਮਾਨ ਦੀ ਗੰਢੜੀ ਖੋਲ੍ਹਦਿਆਂ ਉਸ ਦੇ ਢਿੱਡ ਦੇ ਵਿੱਚ ਵਰਸ਼ਾ ਮਾਰ ਕੇ ਉਸ ਨੂੰ ਮਾਰ ਦਿੱਤਾ। ਕਿਸੇ ਦੂਸਰੇ ਨੇ ਬਚ ਕੇ ਭੱਜਦੇ ਹੋਏ ਮੇਰੇ ਛੋਟੇ ਮੁੰਡੇ ਦੀ ਧੌਣ ਵੱਢ ਸੁੱਟੀ। ਫਿਰ ਉਹ ਧਾੜਵੀ ਮੇਰੇ ਦੁਆਲੇ ਹੋ ਗਏ। ਉਹਨਾਂ ਨੇ ਮੇਰੀ ਵੱਢ ਟੁੱਕ ਕੀਤੀ ਤੇ ਮੈਨੂੰ ਵੱਢ ਟੁੱਕ ਕੇ ਸੁੱਟ ਦਿੱਤਾ ਤੇ ਮੇਰੀਆਂ ਦੋਨੇ ਕੁੜੀਆਂ ਨੂੰ, ਰੋਂਦੀਆਂ ਕਰਲਾਉਂਦੀਆਂ ਜਵਾਨ ਕੁੜੀਆਂ ਨੂੰ ਉਹ ਚੁੱਕ ਕੇ ਲੈ ਗਏ। ਇੰਨਾ ਬੋਲ ਕੇ ਉਹ ਰਹਿਮਤ ਅਲੀ ਨਾਂ ਦਾ ਵਿਅਕਤੀ ਚੁੱਪ ਹੋ ਗਿਆ ਤੇ ਖਲਾਅ ਵੱਲ ਵੇਖਣ ਲੱਗਾ। ਮੈਂ ਅਗਾਂਹ ਵੱਧ ਕੇ ਰਹਿਮਤ ਅਲੀ ਦੇ ਦੋਨੇ ਹੱਥ ਘੁੱਟ ਕੇ ਫੜ ਲਏ, ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ
पर रहमत अली ने अपने खंगार के गला साफ किया ते फिर टुटदी आवाज दे विच बोलिया, रात काफी देर बाद मैनू होश आई ते मैं डिगदा ढैंदा इधर नूं तुर पिया। उस हमले तो बाद जने ते इस हादसे नूं किन्ना चिर हो गया इसकी मैनू कोई सुध बुध नहीं। काफी देर तो वो चुप रहा, फिर अपनी सारी ताकत इकट्ठी करके रहमत अली बोलिया, मेरे जख्म गल सड़ गए ने, सारे शरीर दे विच पीक पै गई है ते शरीर मेरा अग वांगू बच रहा। मैनू पता कि मैं बचना नहीं, मेरा सारा कुछ लुट्टण पुट्टण तो बाद मैं जिउंदा रह के भी की करना ते मेरियां 2 धीआं जिन्हां नूं वो लै गए ने उन्हां नूं मैं याद कर करके रोंदा भी हां ते दुआ भी करदा कि रब्बा जिथे मेरी घरवाली दा कतल कीता उस दा भी कतल हो जांदा। पर उन्हां ते की बीत रही है उन्हां 2 ध्यानियां बारे सोच के मेरी रूह कंब जांदी है। हुण मैं पता नहीं किन्ना चिर कष्ट भोगना, उन्हां मेरियां बालड़ियां ने मैनू कदे नहीं मिलना। ते ਇਹ कह के ਉਹ ਤਾਂ ही रोन लगा ते फिर ਉਹ कुछ देर रुकिया ते बोलिया, तू मेरी मदद कर। मैं छेती देने उस उपर झुकदियां बोलिया, बाबा दस मैं तेरी मदद किवें करा, तू जिवें कहेगा मैं उवें करूं। ਉਹ बोलिया, देख पुत्रा बचना ते मैं है नहीं, जिन्ना मर्जी मेरा इलाज कर ला, मैनू लगदा मैं हुण बचांगा नहीं, मैं टुट चुका। मेरे शरीर की पीड़ भी मेरे तो बर्दाश्त नहीं हुंदी, तू इउं कर। ਇਹ कह के चुप कर गया ते मेरे मुंह वल वेखण लगा। हाँ बाबा दस मैं की करा। मैं उतावला हुंदिया उसनूं काहली नाल पुछया कि वह की करवाउणा चाहुंदा मेरे तों। रहमती बोलिया, पुत्र तू एक पुन्न वाला काम कर, किसी तकड़े हथियार नाल ना मेरी धौण वड्ढ दे तां जो मैनू इस अपने गले सड़े शरीर तो छुटकारा मिल जावे। इन्ना सुणदिआं ही मेरे हथों उसके हाथ छुट गए जो मैं फड़े हुए सन। मैं सुन जिहा होया बोलिया, बाबा ये तू की कह दिता, क्योंकि वो तो उसनूं ठीक करना चाहुंदा सी, पर रहमत अली कहंदा सी कि मैनू कतल कर दे, मेरे तो दर्द बर्दाश्त नहीं हुंदा। तुसीं वेखो कि जदों तुसीं किसी नूं बचाउण दी कोशिश करो ते ਉਹ व्यक्ति तुहाडे तरले करे कि एक पुन्न दा काम कर दे, मेरा कतल कर दे, की बीतदी है। जिवें जिवें मैं चुप तो कोशिश करदा कि मैं उसनूं दिलासा देवां, बड़ी कोशिश के बाद मैं आख्या कि बाबा मैं तैनूं दवा दारू नाल ठीक करूंगा, तैनूं तेरा परिवार तेरियां धीआं नूं मिलाउण दी भी कोशिश करूं, तैनूं मैं पाकिस्तान सुरੱਖਿਅਤ भेजूं। मैं उसनूं इदां दिलासा देण दी कोशिश कीती ते मैं भरे मन दे नाल उसदे सिर थल्ले सराहना दे के उसनूं लम्मा पा दिता ते बुझल कदमां नाल मैं अपने पिंड नूं तुर पिया कि इस बाबे ने मैनू की धर्म संकट दे विच पा दिता, इसका हल की होवे। ते अगां पिंड पहुंचिया, पिंड दे विच उवें अफरा तफरी फैली हुई सी, लोकां दे चेहरिਆਂ ते डर छाया होया सी, क्योंकि हुण एक अध दिन दे विच घग्गर नदी दा पानी नीवा हो जाना ते उसने काफले नूं राह देना ते उन्हां मुसलमानां दे काफले ने पिंड दे विच परलो लिया देनी है ते पिंड वाले होर मुस्तैदी दे नाल अपनी होनी नूं उडीकदे होए त्यार बर त्यार होण लगे। अगले दिन जदों मैं खेत वेख्या तां ਉਹ बजुर्ग रहमत अली दी हालात होर भी खराब हो चुकी सी। उसके गले सड़े जख्मां दे विच होर कीड़े पै चुके सन जो बाहर भी दिसदे सन। मैं उसदी जख्मां ते दवाई वगैरह लाई, आसरा दे के उसनूं कुछ काढ़े पिलाए ते कुछ उसदा ओड़ पोड़ कीता जिन्ना कि मैं कर सकदा सी। उस कोलों बेहद भैड़ी मुश्क भी आउंदी सी। जदों उसदा ਇਹ ਕੰਮ मुका के मैं उठण लगा ते उसने पोले जहे मेरे हाथ फड़ ले, बड़ी कोशिश करके बोलिया, देख पुत्रा तू जो भी कर रहा ना अल्लाह ताला दी नजर है, वो बहुत महान काम कर रहा, पर खुदा दे वास्ते मैनू मेरे इस शरीर तो छुटकारा दवा दे। मैं पल पल मर रहा पर मैनू मौत नहीं आउंदी दिसदी, बचना मैं है नहीं, ये स्पष्ट है। मैथों ये दर्द बर्दाश्त नहीं हुंदा, मैनू छुटकारा दे दे, पुन खट लै ते मेरा कतल कर दे। मैं चुपचाप उदास बैठा उस वल वेखदा रहा। फिर वो बोलिया, पुत्र ये गुनाह नहीं है, ये तां सगों इस मजलूम दी तू बहुत वड्डी मदद करेगा, तू तलवार फड़ ते मेरी खलासी कर दे, अल्लाह तेरा भला करू। ते मैं जवाब दिता कि बाबा मैं ये काम नहीं कर सकता। ये कह के मैं उठ खड़ा होया। वो निराश आवाज विच बोलदा रहा,
मेरा पल पल सालां दी तरह लंघदा पुत्रा। मैनू पता है कि तेरे जाण तो बाद मेरे की हालात हुंदे ने। जदों तू आउणा मैनू लगदा कि मैनू नजात मिल जाएगी, तू मैनू मारन दा फैसला कर लवेंगा, पर जदों तू जवाब दे जाना ते मेरे लिए एक एक पल भी सदी वर्गा हो जाता। इस करके पुत्रा मेरे ते एहसान कर, मेरी रूह सदियां तक तेरी ऋणी रहू। मैं उस दियां गल्लां अणसुणियां करदा बाहर नूं तुर पैंदा ते रात नूं उस दिन पहरे ते मेरी ड्यूटी लगी हुई सी। उधरों खबर मिली सी कि अज शाम तक घग्गर दा पानी बिल्कुल खड़ो गया, राह साफ हो गया ते सारे काफले ने तुरन दी तैयारी वट लई है। सवेरे मूंह हनेरे ही उस काफले ने दरिया पार करन दे लई चाला पाउणा है ते पिंड दे लोग होर सहमे होए सी कि अज कहर दी रात है, कि कोई भी उस डर दे कारण किसी नाल गल नहीं सी कर रहा। पिंड दे विचों हासे उड़ गए सन। सब समझी खड़े सन कि अज दी रात उन्हां दी आखिरी रात है। उस काफले नाल उन्हां दा मुकाबला होना, शायद कोई ही जिउंदा बचे, क्योंकि काफला बहुत वड्डा है। होनी ना टली, अखीर दरवाजिਆਂ तक आ पहुंची। कुछ घंटिਆਂ ਦੀ रात बाकी सी। दिन चढ़दे ਨੂੰ ਪਿੰਡ ਦੀਆਂ ਗਲੀਆਂ ਦੇ ਵਿੱਚ मौत ਦਾ ਨੰਗਾ ਨਾਚ ਹੋਣਾ ਸੀ। मैं हथ विच तलवार फड़ी साथियों नाल गली च गेड़े कढ़ रहा सी। चुप असी बेमतलबे जिहे इधर उधर घूम रहे सी। अद्धी क रात तो बाद अचानक आसमान वल नजर मारी। दिन वेले आसमान च घुमदियां निक्कियां निक्कियां तितर खंभियां जिहियां बदलियां भारे बदलों का रूप धारण करन लगियां। फिर माड़ी माड़ी किणमिण शुरू हो गई। कणियां देख के मैनू अचानक रहमत अली का फिर ख्याल आया। मैं साथियों नालों खिस के फिर खेत वल नूं तुर पिया। मैं झुंबी दे विच जाके दीवा जगाया। वो जागदा सी। दीवे दे चानण चों जदों उसने मेरे हथ विच तलवार वेखी तां ਉਹ समझिया कि ਇਹ मेरी मुराद पूरी करन आ गया, मैनू मारन आ गया। उसने हथ दे इशारे नाल मैनू अपना कोल बुलाया। पुत्रा मैनू बैठा कर दे, बस 5 मिनट खड़ो जा, मैं जांदी वारी परवदगार अगे सिजदा कर लवां, जानी कि नमाज पढ़ लवां, फिर तू पुन्न वाला काम करी। मेरा मन भर आया। मैं उसनूं दुबारा फड़ के पाया ते दस्सिया कि मैं तां मींह करके सिर्फ उसका पता लैण आया कि किते उसते मींह तां नहीं पै रिहा ते झुंबी ते कोई पल्ली वगैरह सिट आवां। मैं तैनूं मार नहीं आया बाबा। मैं ये कह के उसकी आस तोड़ दित्ती। वो फिर उदास हो गया। मैं उसनूं लटा के वापस मुड़ गया। पिंड पहुंचदियां ही वाहवा मींह वध गया सी। पैरे वाले सब खिंड पुंड गए। मैं सीधा घरे चलिया गया। मंजे ते मैं टेढ़ा पिया कणियां वल वेखदा देखदा पता नहीं कदों सौ गया। दिन चढ़दे नूं जदों अख खुली तां वेख्या कि बहुत तेज मींह वर रिहा सी। वेड़े दे विच गोडे गोडे पानी खड़ा सी। मैं पासा मार के फिर सौ गया। पिछले दिनां दा थक्या टुटा सारा दिन सुत्ता रहा। आथण वेले जदों उठिया तां आसमान ते मींह उस तरह वर रिहा सी, ऐना मींह जिवें सारा समुंदर ही उलट पिया होवे, सारे पासे जल थल। इस तरह लगातार 2 दिन ते 2 रातां मूसलेधार मींह वरदा रहा। 4 चफेरे इन्ना मींह पिया कि घग्गर नदी का पानी एकदम 10 फुट उच्चा जा चढ़िया। हुण तां सवाल ही नहीं सी पैदा हुंदा कि काफले का कोई व्यक्ति शेखापत्तन तो नदी पार कर सके। कल तक जिस घग्गर तो लोग डर रहे सन, अज उही घग्गर नदी इन्हां नूं पिंड दी हिफाजत लई काफले दे सामने छाती ढा के खलोती लगदी। ते मैनू फिर एकदम उस रहमत अली बाबे दी याद आई। मैं खेत वल नूं भज्जिया ते उत्थे जाके वेख्या कि सारे पासे पानी ही पानी सी, गड़चल सी ते ओ झुंबी भी मींह नाल ढेरी हो चुकी सी। सिर्फ कानिਆਂ जिहां दा इक ढेर दिसदा सी, पर उच्ची थां होण करके उस झुंबी वाली थां ते पानी ना चढ़िया। नेड़े गया तां मैं वेख्या कि रहमत अली कानिਆਂ दे विच दबिया पिया सी। उसदा सिर बाहर दिस रिहा सी ते मेरी आमद दी विड़क लैंदिया ਉਹ बोलिया, वेख पुत्रा इन्ना कहर झुल चुकिया, पर अल्लाह ताला मेरे ते अजे भी मेहरबानी, मेरी जान नहीं निकली। मैं रुड़ के पानी दे विच डुब्बण दी भी सोची, पर मेरियां लत्तां ने साथ नहीं दिता। मैं रुड़ ही नहीं सकिया। हुण तां पुत्रा तेरे ते ही मेरी उम्मीद है कि मैनू नजात दे दे। हड्डियां दी मुट्ठी बने पे रहमत अली दी ਇਹ हालात मैथों वेखी ना गई। उसने बांह दे आसरे नाल शरीर नूं हिलाया
ਤੇ ਉਸ ਦੀ ਧੌਣ ਮੇਰੇ ਸਾਹਮਣੇ ਆ ਗਈ। ਉਹ ਹੌਲੀ ਜਿਹੇ ਬੋਲਿਆ, ਲੈ ਪੁੱਤਰਾ, ਹੁਣ ਨਾ ਕਰੀ, ਮੈਨੂੰ ਛਟਕਾਰਾ ਦਵਾ ਦੇ। ਮੈਂ ਆਲੇ ਦੁਆਲੇ ਵੇਖਿਆ, ਹਰ ਪਾਸੇ ਪਾਣੀ ਹੀ ਪਾਣੀ ਸੀ ਤੇ ਇੱਧਰ ਉੱਧਰ ਵੇਖਿਆ। ਮੈਂ ਹੇਠਾਂ ਵੀ ਨਜ਼ਰ ਮਾਰੀ ਤੇ ਰਹਿਮਤ ਅਲੀ ਦੀ ਧੌਣ ਮੇਰੇ ਸਾਹਮਣੇ ਸੀ। ਮੈਂ ਕਸੀਸ ਜਿਹੀ ਵੱਟੀ ਤੇ ਤਲਵਾਰ ਦਾ ਭਰਮਾ ਵਾਰ ਉਸ ਦੀ ਧੌਣ ਤੇ ਕੀਤਾ। ਗੱਚ ਦੀ ਆਵਾਜ਼ ਹੋਈ। ਉਸ ਦਾ ਸਿਰ ਧੜ ਨਾਲੋਂ ਅਲੱਗ ਹੋ ਕੇ ਪਰਾਂ ਆੜ ਦੇ ਵਿੱਚ ਜਾ ਡਿੱਗਾ। ਆਲੇ ਦੁਆਲੇ ਨਜ਼ਰ ਮਾਰਦਿਆਂ ਲੱਗਿਆ ਕਿ ਜਿਵੇਂ ਸਾਰਾ ਪਾਣੀ ਹੀ ਉਸ ਦੇ ਖੂਨ ਨਾਲ ਲਾਲ ਹੋ ਗਿਆ, ਪਰ ਅਗਲੇ ਪਲ ਲੱਗਿਆ ਜਿਵੇਂ ਉੱਥੇ ਕੁਝ ਹੋਇਆ ਹੀ ਨਾ ਹੋਵੇ। ਮੁੱਦਤਾਂ ਹੋ ਗਈਆਂ ਉਸ ਹਾਦਸੇ ਨੂੰ ਵਾਪਰਿਆ। ਹੁਣ ਵੀ ਕਦੇ ਕਦਾਈ ਮੈਨੂੰ ਇਉਂ ਲੱਗਦਾ ਹੈ ਕਿ ਜਿਵੇਂ ਉਸ ਰਾਤ ਮੈਂ ਕੋਈ ਪੁੰਨ ਵਾਲਾ ਕੰਮ ਕੀਤਾ ਹੋਵੇ। ਇਹ ਸੀ ਕਹਾਣੀ ਉਸ ਰਹਿਮਤ ਅਲੀ ਦੀ, ਜਿਹੜਾ ਕਾਫਲੇ ਦੇ ਵਿੱਚ ਲੁੱਟਿਆ ਪੁੱਟਿਆ ਗਿਆ, ਗਲ ਸੜ ਗਿਆ, ਸਰੀਰ 'ਚ ਕੀੜੇ ਪੈ ਗਏ, ਬਚਣ ਦੀ ਕੋਈ ਆਸ ਨਹੀਂ ਸੀ ਤੇ ਆਖਰ ਨੂੰ ਉਸ ਦੀ ਤਿਮਾਰਦਾਰੀ ਕਰਦੇ, ਉਸ ਦੀ ਸਾਂਭ ਸੰਭਾਲ ਕਰਦੇ ਇਸ ਕਹਾਣੀ ਦੇ ਕਰੈਕਟਰ ਨੇ ਹੀ ਉਸ ਦਾ ਕਤਲ ਕੀਤਾ ਤੇ ਉਸ ਨੂੰ ਲੰਮੇ ਦੁੱਖਾਂ ਤੋਂ ਨਿਜਾਤ ਦਵਾਈ। ਸੋ ਇਹ ਸੱਚ ਹੁੰਦਾ ਕਿ ਉਹ ਜ਼ਿੰਦਗੀ ਜਿਸ ਨੂੰ ਅਸੀਂ ਜਿਉਣ ਦੇ ਵਾਸਤੇ, ਬਚਾਉਣ ਦੇ ਵਾਸਤੇ ਇੰਨੇ ਤਰਲੇ ਕਰਦੇ ਹਾਂ, ਤੇ ਉਹ ਜ਼ਿੰਦਗੀ ਹੀ ਸਾਡੇ ਲਈ ਜੇਲ੍ਹ ਬਣ ਜਾਂਦੀ ਹੈ, ਮੌਤ ਬਣ ਜਾਂਦੀ ਹੈ। ਮੌਤ ਬਹੁਤ ਮਹਿੰਗੀ ਸ਼ੈ ਬਣ ਜਾਂਦੀ ਹੈ। ਸੋ ਬਹੁਤ ਔਖਾ ਹੁੰਦਾ ਹੈ ਕਿ ਜਿਸ ਵਿਅਕਤੀ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ ਉਸ ਦਾ ਕਤਲ ਤੁਹਾਨੂੰ ਖੁਦ ਕਰਨਾ ਪਵੇ। ਇਹ ਕਹਾਣੀਆਂ ਕੋਈ ਝੂਠੀਆਂ ਕਹਾਣੀਆਂ ਨਹੀਂ, ਇਹ ਸਭ ਕੁਝ ਵਾਪਰਿਆ ਇਸ ਪੰਜਾਬ ਤੇ। ਕਿਸ ਕਾਰਨ ਇਹ ਨਫ਼ਰਤ ਅਸੀਂ ਫੈਲਾ ਰਹੇ ਹਾਂ? ਕੀ ਪੂਰੀ ਦੁਨੀਆ 'ਚ ਇੱਕ ਧਰਮ ਹੋ ਕੇ ਸਭ ਕੁਝ ਨਿਬੜ ਜੂ? ਪੂਰੀ ਦੁਨੀਆ ਦੇ ਵਿੱਚ ਸਿੱਖ ਬਣਨ ਨਾਲ ਸਿੱਖ ਸੁਖੀ ਹੋ ਜਾਣਗੇ? ਪੂਰੀ ਦੁਨੀਆ 'ਚ ਮੁਸਲਮ, ਹਿੰਦੂ, ਬੋਧੀ, ਪਾਰਸੀ ਹੋ ਜਾਣ ਕੀ ਸਭ ਸੁਖੀ ਹੈ? ਇੱਕ ਨਿੱਕੇ ਜਿਹੇ ਧਾਰਮਿਕ ਸਥਾਨ ਦੀ ਪ੍ਰਧਾਨਗੀ ਨੂੰ ਲੈ ਕੇ ਕੀ ਕੁਝ ਨਹੀਂ ਹੋ ਰਿਹਾ? ਇੱਕ ਪਿਓ ਦੇ 2 ਜਾਂ 4 ਪੁੱਤਰ, 2 ਜਾਂ 4 ਧੀਆਂ ਆਪਸ 'ਚ ਸੁਖੀ ਨਹੀਂ ਹੈ ਤੇ ਫਿਰ ਸਾਰੇ ਧਰਮ 'ਚ ਰਹਿ ਕੇ ਸਭ ਕੁਝ ਸੁਖੀ ਹੋ ਜੂ? ਫਿਰ ਕਿਉਂ ਇਹ ਜਥੇਬੰਦੀਆਂ, ਕਿਉਂ ਇਹ RSS, ਕਿਉਂ ਇਹ ਤਬਲੀਗੀ, ਕਿਉਂ ਇਹ ਸਿੱਖਾਂ ਦੀਆਂ ਗਰਮ ਖਿਆਲੀ ਜਥੇਬੰਦੀਆਂ, ਕਿਉਂ ਇਹ ਬੋਧੀਆਂ ਪਾਰਸੀਆਂ ਦੀਆਂ ਜਥੇਬੰਦੀਆਂ? ਕਿ ਬਸ ਆਪਣੇ ਧਰਮ ਦਾ ਪ੍ਰਚਾਰ ਕਰੋ, ਭਾਵੇਂ ਅਧਰਮ ਵੀ ਕਰਨਾ ਪੈ ਜੇ। ਜਦੋਂ ਇੱਕ ਪਰਿਵਾਰ ਦੇ ਜੀ, ਇੱਕ ਛੋਟੀ ਜੀ ਜਾਇਦਾਦ ਵੀ ਨਾ ਹੋਵੇ, ਵੈਸੇ ਹੀ ਮਤਭੇਦ ਹੋਣ, ਫਿਰ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਨੇ, ਤੇ ਫਿਰ ਕੀ ਉਮੀਦ ਕਰਦੇ ਹੋ ਕਿ ਖਾਲਿਸਤਾਨ, ਹਿੰਦੁਸਤਾਨ, ਪਾਕਿਸਤਾਨ ਬਣਨ ਦੇ ਨਾਲ ਇਨਸਾਨ ਖੁਸ਼ ਹੋ ਜੂ? ਇਹ ਸਵਾਲ ਨੇ ਜਿਹੜੇ ਇਸ ਅਖੌਤੀ ਲਾਣੇ ਵੱਲੋਂ ਪੈਦਾ ਕੀਤੀਆਂ ਇਹਨਾਂ ਸੰਸਥਾਵਾਂ ਦੇ ਮਗਰ ਲੱਗ ਕੇ ਇਨਸਾਨੀ ਘਾਣ ਨਾ ਕਰਨ ਤੋਂ ਸਾਨੂੰ ਵਰਜਦੀਆਂ ਨੇ। ਹਿੰਦੂ ਰਾਸ਼ਟਰ ਬਣਾ ਦਿਓ। ਕੀ ਹਿੰਦੂ ਰਾਸ਼ਟਰ ਬਣਨ ਨਾਲ ਸਾਰੇ ਹਿੰਦੂਆਂ ਲਈ ਸਵਰਗ ਹੋ ਜੂ? ਫਿਰ ਕੋਈ ਹਿੰਦੂ ਅਮਰੀਕਾ, ਕੈਨੇਡਾ, ਸਾਊਦੀ ਅਰੇਬੀਆ ਨਹੀਂ ਜਾਏਗਾ? ਪਾਕਿਸਤਾਨ ਬਣਾ ਲਿਆ, ਇੱਧਰਲਿਆਂ ਨੇ ਭਾਰਤ ਬਣਾ ਲਿਆ, ਹਿੰਦੁਸਤਾਨ ਬਣਾ ਲਿਆ, ਜੋ ਵੀ ਕਹਿ ਲਓ, ਕੀ ਸਭ ਅਮਨ ਅਮਾਨ ਹੈ? ਫਿਰ ਹੋਰ ਕਿਹੜੇ ਰਾਸ਼ਟਰ ਬਣਾਉਣਾ ਚਾਹੁੰਦੇ ਆ? ਹੋਰ ਕਿਹੜੇ ਖਾਲਿਸਤਾਨ, ਹਿੰਦੁਸਤਾਨ ਬਣਾਉਣਾ ਚਾਹੁੰਦੇ ਆ? ਸੋਚੋ, ਇਹਦੇ ਨਾਲ ਕਿੰਨਿਆਂ ਦੀ ਪੱਤ ਰੋਲਣੀ ਹੈ। ਜੇ ਕੈਨੇਡਾ, ਅਮਰੀਕਾ 'ਚ ਅਸੀਂ ਜਾ ਕੇ ਸਾਰੇ ਇਹ ਖਾਲਿਸਤਾਨ ਵਾਲੇ, ਇਹ ਹਿੰਦੁਸਤਾਨ ਵਾਲੇ, ਪਾਕਿਸਤਾਨ ਵਾਲੇ ਆਪਣੇ ਆਪਣੇ ਇਹਨਾਂ ਮੁਕੱਦਸ ਸਥਾਨਾਂ ਨੂੰ ਜਾ ਕੇ ਉੱਥੇ ਸੁਆਖੇ ਕਰਦੇ ਨੇ, ਉੱਥੇ ਤੰਬਾਕੂ ਵੀ ਵੇਚਦੇ ਨੇ, ਉੱਥੇ ਸੂਰ ਦਾ ਮਾਸ ਵੀ ਵੇਚਦੇ ਨੇ, ਉੱਥੇ ਗਊ ਦਾ ਮਾਸ ਵੀ ਵੇਚਦੇ ਨੇ ਆਪਣੇ ਸਟੋਰਾਂ ਦੇ, ਤੇ ਉਹਨਾਂ ਗਊ, ਸੂਰ, ਤੰਬਾਕੂ ਖਾਣ ਵਾਲਿਆਂ ਨਾਲ ਰਿਸ਼ਤੇਦਾਰੀਆਂ ਵੀ ਨੇ, ਉਹਨਾਂ ਨਾਲ ਬੋਲਚਾਲ ਵੀ ਹੈ। ਜੇ ਉੱਥੇ ਸੁਖੀ ਰਹਿ ਸਕਦੇ ਹੋ, ਇੱਥੇ ਕੀ ਪਾਉ ਪਈ ਹੈ? ਵਸ ਲੈਣ ਦਿਓ ਲੋਕਾਂ ਨੂੰ, ਹਾੜਾ ਰੱਬ ਦਾ ਵਾਸਤਾ, ਛੱਡ ਦਿਓ ਇਹ ਨਫ਼ਰਤਾਂ। ਇਸੇ ਕਰਕੇ ਕੋਸ਼ਿਸ਼ ਕਰੀਦੀ ਹੈ ਕਿ ਠੀਕ ਹੈ, ਵਿਚਾਰਧਾਰਾ ਤੁਹਾਡੀ ਹੋ ਸਕਦੀ ਹੈ, ਪਰ ਤੁਹਾਡੀ ਵਿਚਾਰਧਾਰਾ ਦੀ ਆਧਾਰ ਤੇ ਜਦੋਂ ਤੁਸੀਂ ਵੋਟਾਂ ਪਾਉਂਦੇ ਹੋ ਕਿ RSS ਜੀ ਹਮ ਹਿੰਦੂ ਰਾਸ਼ਟਰ ਲੈ ਆਏਂਗੇ, ਫਿਰ ਕੀ ਹੋ ਜਾਏਗਾ? ਮੁੜ ਭਾਗਵਤ ਜੀ ਦੱਸ ਦਿਓ ਕਿ ਫਿਰ ਸਾਰੇ ਹਿੰਦੂਆਂ ਨੂੰ ਰੱਜਵੀਂ ਰੋਟੀ ਮਿਲ ਜੂ? ਖਾਲਿਸਤਾਨੀ ਕਹਿੰਦੇ ਇੱਕੋ ਹੀ ਹੱਲ ਹੈ ਖਾਲਿਸਤਾਨ। ਕੀ ਖਾਲਿਸਤਾਨ ਬਣਨ ਨਾਲ ਸਾਰੇ ਗਰੀਬ ਅਮੀਰ ਸਿੱਖਾਂ ਨੂੰ ਸਭ ਬਰਾਬਰਤਾ ਮਿਲ ਜੂ? ਭਾਈ ਲਾਲੋਂ ਦੇ ਕੀ ਹਾਲਾਤ ਰਹਿਣਗੇ? ਇਸੇ ਤਰ੍ਹਾਂ ਇਸਲਾਮ ਵਾਲੇ, ਉਹਨਾਂ ਕੋਲ ਤਾਂ ਮਿਸਾਲ ਹੈ, ਪਾਕਿਸਤਾਨ ਬਣਾਇਆ ਸੀ, ਕਿੰਨਾ ਸੁਖੀ ਹੈ ਪਾਕਿਸਤਾਨ। ਉੱਥੇ ਜਿਹੜੇ ਮੁਹਾਜਰ ਨੇ, ਜਿਹੜੇ ਇੱਥੋਂ ਉੱਜੜ ਕੇ ਗਏ, ਜਿਵੇਂ ਸਾਡੇ ਲਾਹੌਰੀਏ ਪਿਸ਼ੌਰੀਏ ਆ,
है तो सिख ही सी, इथों उजड़ के 12 च गए। उन्हां 12 जिन्हां नूं दुੱਧ ਦੀਆਂ ਧਾਰਾਂ ਕਿਹਾ ਜਾਂਦਾ ਸੀ, ਨੀਲੀਵਾਰ, ਗੰਜੀਵਾਰ, ਸਾਂਦਲਵਾਰ, उन्हां 12 च उन्हां नूं आबाद कीता। उथों उजड़ के फिर 47 वक्त इधर आए ते इधर साडे बाजवियां ने, टवाणियां ने जां लोकल भाईचारे ने उन्हां दे नाल रिश्ते नहीं कीते कि तुसीं लाहौरी हो, तुसीं पिछौरी हो। हुण तक नहीं रिश्ते हो रहे भाऊआं नाल पंजाबियां दे। लाहौरी अपने च करदे ने ते लोकल अपने च करदे ने। इसे तरह बहावलपुरियां च भी ਜਿਹੜੇ ਹਿੰਦੂ ਪਾਕਿਸਤਾਨ ਤੋਂ ਆਏ ਨੇ ਉਹਨਾਂ ਨਾਲ ਸਥਾਨਕ ਹਿੰਦੂ ਰਿਸ਼ਤੇ ਨਹੀਂ ਕਰਦੇ, ਹੁਣ ਮਾੜਾ ਮੋਟਾ ਕਰਨ ਲੱਗੇ ਨੇ। ਆ ਜੱਟਾਂ 'ਚ ਤਾਂ ਤੁਹਾਡੇ ਸਾਹਮਣੇ ਆ, ਉਹ ਕਦੇ ਕਹਿਣਗੇ ਜੀ ਉਹ ਬਾਹਰੀਏ ਜੀ, ਲਾਹੌਰੀਏ ਜੀ, ਸਿਆਲਕੋਟੀਏ ਜੀ। ਇੱਕ ਧਰਮ ਇੱਕ ਸਭ ਕੁਝ ਉਧਰੋਂ ਉਜੜ ਕੇ ਇਹੀ ਕੁਝ ਦਿੱਲੀ 'ਚ ਹੋਇਆ। ਜਿਹੜੇ ਦਿੱਲੀ ਕਤਲੇਆਮ 'ਚ ਲੋਕ ਉਜੜ ਕੇ ਆਏ ਉਹਨਾਂ ਨੂੰ ਇੱਥੋਂ ਦੇ ਸਥਾਨਕ ਲੋਕਾਂ ਨੇ ਵਕਤੀ ਹਮਦਰਦੀ ਜ਼ਰੂਰ ਰਹੀ, ਪਰ ਬਾਅਦ ਦੇ ਵਿੱਚ ਘਾਹ ਨਹੀਂ ਪਾਇਆ। ਉਹ ਮੁੜ ਕਿੜ ਕੇ ਵਿਚਾਰੇ ਜਦੋਂ ਸ਼ਾਂਤ ਹੋਇਆ ਦਿੱਲੀ ਚਲੇ ਗਏ। ਸਭ ਤੋਂ ਮਾੜਾ ਹਾਲ ਹੋ ਰਿਹਾ ਮੁਹਾਜਰਾਂ ਦੇ ਨਾਲ। ਉਤੇ ਮੁਹਾਜਰ ਕੌਮੀ ਮੂਵਮੈਂਟ ਵੀ ਬਣੀ ਪਾਕਿਸਤਾਨ 'ਚ। ਮੁਹਾਜਰ ਰਫੂਜ਼ੀਆਂ ਨੂੰ ਕਹਿੰਦੇ ਆ, ਜਿਵੇਂ ਇੱਧਰ ਲਾਹੌਰੀਏ ਬਾਰੀਏ ਕਹਿੰਦੇ, ਆਪਾਂ ਬਹਾਵਲਪੁਰੀ ਕਹਿੰਦੇ ਆ। ਜਿਹੜੇ ਇੱਧਰੋਂ ਮੁਸਲਮਾਨ ਉਜੜ ਕੇ ਗਏ ਉਹਨਾਂ ਮੁਸਲਮਾਨਾਂ ਨਾਲ ਉੱਥੇ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਅੱਜ ਵੀ ਹੋ ਰਿਹਾ। ਫਿਰ ਕਿਹੜਾ ਪਾਕਿਸਤਾਨ ਜੀ? ਪਾਕਿਸਤਾਨ ਦੇ ਵਿੱਚ ਨਿਤ ਦਿਨ ਧਮਾਕੇ ਹੁੰਦੇ ਨੇ। ਇਹ ਸ਼ੀਆ ਜੀ, ਇਹ ਸੁੰਨੀ ਜੀ, ਇਹ ਕਾਦੀਆਂ ਜੀ, ਇਹ ਫਾਦੀਆਂ ਜੀ। ਫਿਰ ਹੱਲ ਕੀ ਹੈ? ਇਸੇ ਤਰ੍ਹਾਂ ਸਿੱਖਾਂ 'ਚ ਹੈ। ਹੁਣ ਰਣਜੀਤ ਸਿੰਘ ਢੱਡਰੀਆਂ ਵਾਲਾ ਕਹਿੰਦਾ ਮੈਂ ਪੱਕਾ ਸਿੱਖ ਹਾਂ, ਟਕਸਾਲ ਕਹਿੰਦੀ ਮੈਂ ਪੱਕਾ ਸਿੱਖ ਹਾਂ। ਇਸ ਦੇ ਵਿੱਚ ਕਿੰਨੇ ਕਤਲ ਹੋ ਰਹੇ ਨੇ ਤੇ ਕਿੰਨੇ ਹੋ ਸਕਦੇ? ਕਿੰਨੀ ਨਫ਼ਰਤ ਵੱਧ ਰਹੀ ਹੈ। ਕੋਈ ਕਹਿੰਦਾ ਮੇਰੀ ਗੋਲ ਪਗੜੀ ਹੈ, ਕੋਈ ਕਹਿੰਦਾ ਮੇਰਾ ਟਕਸਾਲੀ ਕਸ਼ਹਿਰਾ, ਦੂਜਾ ਕਹਿੰਦਾ ਮੇਰਾ ਫਲਾਣੇ ਬਾਬੇ ਦਾ ਮਰਤਾ ਹੈ, ਤੀਆ ਕਹਿੰਦਾ ਮੇਰਾ ਟਮਕਾਣੇ ਦਾ। ਸੋ ਕਿਉਂ ਇਨਸਾਨੀਅਤ ਦੀ ਕਦਰ ਨਹੀਂ? ਜੇ ਫਲਸਫਾ ਇੱਕ ਹੈ ਤੇ ਤੁਹਾਡੀਆਂ ਇਹ ਜਿਹੜੀਆਂ ਵਿਚਾਰਧਾਰਾਵਾਂ ਨੇ, ਸੰਪਰਦਾਵਾਂ ਨੇ, ਇਹਨਾਂ ਦੇ ਝਗੜੇ ਸੰਸੇ ਕੀ? ਤੁਸੀਂ ਇੱਥੇ ਛੱਡੋ, ਅਮਰੀਕਾ ਕੈਨੇਡਾ ਦੇ ਵਿੱਚ ਕਿੰਨੇ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਜਿੱਥੇ ਸ਼ਾਂਤੀ ਹੈ, ਮੈਨੂੰ ਦੱਸ ਦਿਓ। ਰੋਜ਼ ਪੱਗਾਂ ਲੈਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ। ਉਹ ਮਾਂ ਭੈਣ ਇੱਕ ਕੀਤੀ ਜਾਂਦੀ ਹੈ। ਬੰਦੇ ਤਾਂ ਬੰਦੇ, ਬੀਬੀਆਂ ਇੱਕ ਦੂਸਰੇ ਦੇ ਝਾਟੇ ਪੱਟਦੀਆਂ ਨੇ। ਜਿਹੜੇ ਕੇਸਾਂ ਦੇ ਪਿੱਛੇ ਇੱਕ ਦੂਸਰੇ ਦੀ ਜਾਨ ਲੈ ਲੈਂਦੇ ਨੇ ਕਿ ਮੇਰੇ ਕੇਸਾਂ ਦੀ ਬੇਅਦਬੀ ਹੋ ਗਈ, ਉਹਨਾਂ ਕੇਸਾਂ ਨੂੰ ਪੁੱਟ ਕੇ ਕਿਵੇਂ ਜਲੀਲ ਕੀਤਾ ਜਾਂਦਾ? ਇੱਕ ਦੂਸਰੇ ਦੀਆਂ ਦਾੜੀਆਂ ਪੱਟ-ਪੱਟ ਕੇ ਰੱਖੀਆਂ ਹੋਈਆਂ ਨੇ ਕਿ ਜੇ ਜ਼ੁਰਤ ਲੈ ਜੀ। ਫਿਰ ਕਿਹੜਾ ਖਾਲਿਸਤਾਨ, ਕਿਹੜਾ ਪਾਕਿਸਤਾਨ ਤੇ ਕਿਹੜਾ ਹਿੰਦੁਸਤਾਨ? ਕਿਉਂ ਨਹੀਂ ਵਸਣ ਦਿੰਦੇ? ਇਹ ਸ਼ਰਾਰਤੀ ਲਾਣਾ, ਇਹ ਰਾਜ ਸੱਤਾ ਵਾਲੇ ਲੋਕ ਨੇ ਜਿਹੜੇ ਤੁਹਾਨੂੰ ਬੇਵਕੂਫ ਬਣਾਉਂਦੇ ਨੇ। ਸੋ ਇਸ ਕਰਕੇ ਇਹਨਾਂ ਕਹਾਣੀਆਂ ਨੂੰ ਚਿਤਵੋ ਕਿ ਉਹ ਰਹਿਮਤ ਅਲੀ ਜਿਹਦਾ ਪਰਿਵਾਰ ਲੁੱਟਿਆ ਪੁੱਟਿਆ ਗਿਆ, ਜਿਹਦੀਆਂ 2 ਧਿਆਣੀਆਂ ਨੂੰ ਅਗਵਾ ਕਰਕੇ ਲੈ ਗਏ ਲੁਟੇਰੇ ਧਾੜਵੀ, ਤੇ ਉਹ ਧਾੜਵੀਆਂ ਦੇ ਭਾਈਚਾਰੇ ਦੀਆਂ ਪਾਕਿਸਤਾਨ 'ਚ ਰੁਲੀਆਂ। 10 ਲੱਖ ਲੋਕਾਂ ਦਾ ਕਤਲ ਹੋਇਆ। ਬਾਬਲਾਂ ਨੇ ਖੁਦ ਧੀਆਂ ਵੱਢੀਆਂ। ਉਹ ਕਹਿੰਦੀਆਂ ਬੇਪਤ ਹੋਣ ਨਾਲ ਤਾਂ ਚੰਗਾ ਕਿ ਪਿਓ ਕਤਲ ਕਰਦੇ। ਆ ਪਿੰਜਰ ਕਹਾਣੀ ਬਣੀ ਸੀਗੀ, ਬੜਾ ਕਮਾਲ ਦਾ। ਉਹ ਤੁਸੀਂ ਵੇਖੋ ਪਿੰਜਰ ਫਿਲਮ। ਬੰਦਿਆਂ ਦੀਆਂ ਬਰਬਰੀਆਂ ਤੇ ਬੀਬੀਆਂ ਤੇ ਬੀਤਦੀਆਂ ਨੇ, ਸਰਹੰਦ ਨੇ ਕੀਤੀਆਂ ਤੇ ਬਸੀ ਤੇ ਬੀਤੀਆਂ। ਰਾਮ ਵੜਦਿਆਂ ਵੜਦਿਆਂ ਬੜੂ ਤੇ ਅੱਲਾ ਨਿਕਲਦਿਆਂ ਨਿਕਲਦਿਆਂ ਨਿਕਲੂ। ਇਹ ਕਿਉਂ? ਕਿੰਨੀਆਂ ਕੁ ਹੋਰ ਮਾਵਾਂ ਭੈਣਾਂ ਬੇਇੱਜ਼ਤ ਕਰਨੀਆਂ ਨੇ, ਕਿੰਨੀਆਂ ਕੁ ਮਾਵਾਂ ਨਪੁੱਤੀਆਂ ਕਰਨੀਆਂ ਨੇ? ਕਾਹਦੇ ਵਾਸਤੇ? हम हिंदू राष्ट्र बनाएंगे, हम पाकिस्तान बनाएंगे, हम खालिस्तान बनाएंगे। ਕਿਸੇ ਅਮੀਰ ਦਾ ਕੁਛ ਨਹੀਂ ਗਿਆ, ਭਾਵੇਂ 84 ਵਾਪਰੀ, ਭਾਵੇਂ 47 ਵਾਪਰਿਆ। ਮਰੇ ਨੇ ਮਾਤੜ ਲੋਕ ਤੁਹਾਡੇ ਤੇ ਸਾਡੇ ਵਰਗੇ। ਅਸੀਂ ਫੇਰ ਨਹੀਂ ਸਮਝਦੇ, ਆਪਣੀ ਪੂੰਛ ਨੂੰ ਪਹਿਲਾਂ ਅੱਗ ਲਾਉਨੇ ਆ ਅਸੀਂ। ਕਿਉਂ? ਇਸ ਕਰਕੇ ਵੀਰੋ,